ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਚਾਈਲਡ ਡਿਵੈਲਪਮੈਂਟ ਐਂਡ ਸਾਈਕੋਲੋਜੀ ਵਿਸ਼ੇ 'ਤੇ। ਸਭ ਤੋਂ ਪਹਿਲੇ ਇਸ ਵਿਸ਼ੇ ਦੀ ਜਾਣਕਾਰੀ ਬਾਰੇ ਗੱਲ ਕਰਦੇ ਹਾਂ ਕਿ ਇਹ ਵਿਸ਼ੇ 'ਚ ਹੈ ਕੀ ਬਾਲ ਵਿਕਾਸ ਅਤੇ ਮਨੋਵਿਗਿਆਨ। ਇਸ ਵਿਸ਼ੇ ਦੇ ਅੰਦਰ ਅਸੀਂ ਬੱਚਿਆਂ ਦੇ ਵਾਧੇ ਵਿਕਾਸ ਦੀ ਗੱਲ ਕਰਦੇ ਹਾਂ, ਉਹਨਾਂ ਦੇ ਸਰੀਰਕ ਵਿਕਾਸ, ਉਹਨਾਂ ਦਾ ਸਮਾਜਿਕ ਵਿਕਾਸ, ਹਰ ਪੱਖ ਤੋਂ ਉਹਨਾਂ ਦੇ ਵਿਕਾਸ ਦੀ ਜਿਹੜੀ ਗੱਲ ਹੈ ਉਹ ਇਸ ਵਿਸ਼ੇ ਦੇ ਅੰਦਰ ਆਉਂਦੀ ਹੈ। ਦੂਸਰਾ ਕਨਸੈਪਟ ਹੈ ਮਨੋਵਿਗਿਆਨ, ਕਿ ਇੱਕ ਅਧਿਆਪਕ ਲਈ ਬੱਚੇ ਨੂੰ ਪੜ੍ਹਾਉਣ ਤੋਂ ਪਹਿਲਾਂ, ਬੱਚੇ ਦੇ ਨਾਲ ਮਿਲਵਰਤਨ ਤੋਂ ਪਹਿਲਾਂ ਉਸ ਦਾ ਮਨੋਵਿਗਿਆਨ ਜਾਣਨਾ ਬਹੁਤ ਜ਼ਰੂਰੀ ਹੈ। ਜੇਕਰ ਇੱਕ ਚੰਗਾ ਅਧਿਆਪਕ ਉਹੀ ਮੰਨਿਆ ਜਾਂਦਾ ਹੈ ਜੋ ਕਿ ਬੱਚੇ ਦੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਸ ਨੂੰ ਇੰਪਲੀਮੈਂਟ ਕਰਕੇ ਹੀ ਉਸ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਇਸ ਵਿਸ਼ੇ ਦੇ ਅੰਦਰ ਇਸ ਤਰ੍ਹਾਂ ਦੇ ਹੀ ਪ੍ਰਸ਼ਨ ਪੁੱਛੇ ਜਾਣੇ ਹਨ ਜਿਸ ਨਾਲ ਇਹ ਜੱਜਮੈਂਟ ਹੋ ਸਕੇ ਕਿ ਇੱਕ ਜੋ ਅਧਿਆਪਕ ਬਣਨ ਜਾ ਰਿਹਾ ਹੈ, ਜਿਸ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ ਕਿ ਉਸ ਨੂੰ ਬੱਚਿਆਂ ਦੇ ਵਾਧੇ ਵਿਕਾਸ ਬਾਰੇ ਅਤੇ ਉਸ ਦੇ ਮਨੋਵਿਗਿਆਨ ਦੇ ਬਾਰੇ ਜਾਣਕਾਰੀ ਹੈ। ਉਹ ਕਲਾਸਰੂਮ ਦੇ ਅੰਦਰ ਬੱਚਿਆਂ ਨੂੰ ਕਿਸ ਤਰ੍ਹਾਂ ਨਾਲ ਡੀਲ ਕਰੇਗਾ, ਕਿਸ ਤਰ੍ਹਾਂ ਪੜ੍ਹਾਏਗਾ, ਉਹਨਾਂ ਦਾ ਕਿਸ ਤਰ੍ਹਾਂ ਧਿਆਨ ਰੱਖੇਗਾ, ਉਹਨਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਸਮਝੇਗਾ। ਤਾਂ ਉਸ ਨੂੰ ਫੋਕਸ ਕਰਕੇ ਹੀ ਜਿਹੜੇ ਇਸ ਪੇਪਰ ਦੇ ਕੁਐਸਚਨਸ ਨੇ ਉਹ ਤਿਆਰ ਕੀਤੇ ਜਾਂਦੇ ਹਨ। ਤਾਂ ਤੁਹਾਡੇ ਨਾਲ ਵੈਬਸਾਈਟ ਰਾਹੀਂ ਬਾਲ ਵਿਕਾਸ ਅਤੇ ਮਨੋਵਿਗਿਆਨ ਦਾ ਪਾਰਟ 1 ਸ਼ੇਅਰ ਕੀਤਾ ਗਿਆ ਸੀ, ਜਿਸ ਦੇ ਅੰਦਰ 15 ਕੁਐਸਚਨ ਸੀ। ਉਸ ਦੇ ਰਿਗਾਰਡਿੰਗਲੀ ਜੋ ਐਕਸਪਲੇਨੇਸ਼ਨ ਹੈ ਉਹਨਾਂ ਕੁਐਸਚਨਸ ਦੀ ਆਪਾਂ ਇੱਥੇ ਗੱਲ ਕਰਾਂਗੇ। ਇਕੱਲੇ ਕੁਐਸਚਨ ਨੂੰ ਪੜ੍ਹਾਂਗੇ ਅਤੇ ਉਸ ਦੇ ਆਨਸਰ ਬਾਰੇ ਗੱਲ ਕਰਾਂਗੇ ਅਤੇ ਨਾਲ ਦੀ ਨਾਲ ਹੀ ਉਸ ਕੁਐਸਚਨ ਦੇ ਇਰਦ ਗਿਰਦ ਕੀ ਸਬਜੈਕਟ ਕੰਟੈਂਟ ਘੁੰਮਦਾ ਹੈ ਉਸ ਦੇ ਬਾਰੇ ਗੱਲ ਕਰਾਂਗੇ, ਤਾਂ ਜੋ ਤੁਹਾਡੀ ਪਕੜ ਮਜ਼ਬੂਤ ਹੋ ਸਕੇ ਅਤੇ ਕੋਈ ਵੀ ਕੁਐਸਚਨ ਤੁਹਾਡੇ ਕੋਲ ਪੇਪਰ 'ਚ ਆਵੇ ਅਤੇ ਤੁਸੀਂ ਆਸਾਨੀ ਨਾਲ ਕਰ ਸਕੋ। ਤਾਂ ਪਹਿਲੇ ਪ੍ਰਸ਼ਨ ਤੋਂ ਅਸੀਂ ਸ਼ੁਰੂ ਕਰਦੇ ਹਾਂ। ਪ੍ਰਸ਼ਨਾਂ ਦੀ ਐਕਸਪਲੇਨੇਸ਼ਨ ਦੇ ਨਾਲ ਨਾਲ ਹੀ ਉਸ ਟੌਪਿਕ ਦੇ ਸੰਬੰਧਿਤ ਵੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਜਿਸ ਦੇ ਨਾਲ ਸਬਜੈਕਟ ਦੀ ਕਲੈਰਿਟੀ ਤੁਹਾਡੇ ਮਾਈਂਡ ਦੇ ਵਿੱਚ ਹੁੰਦੀ ਜਾਵੇਗੀ। ਤਾਂ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿੱਖਣ ਦੇ ਲਈ ਅੰਦਰੂਨੀ ਤੌਰ 'ਤੇ ਪ੍ਰੇਰਿਤ ਕਿਵੇਂ ਕਰ ਸਕਦਾ ਹੈ। ਦੇਖੋ, ਚਾਈਲਡ ਸਾਈਕੋਲੋਜੀ ਦੇ ਅੰਦਰ ਸਭ ਤੋਂ ਵੱਡੀ ਗੱਲ ਇਹ ਤੁਸੀਂ ਧਿਆਨ 'ਚ ਰੱਖਣੀ ਹੈ ਕਿ ਬੱਚਾ ਇੱਕ ਕੇਂਦਰ ਬਿੰਦੂ ਹੈ। ਚਾਈਲਡ ਸਾਈਕੋਲੋਜੀ ਦਾ ਕੋਈ ਵੀ ਪ੍ਰਸ਼ਨ ਆ ਜਾਏ ਤਾਂ ਤੁਹਾਡੇ ਮਾਈਂਡ ਦੇ ਅੰਦਰ ਇੱਕ ਗੱਲ ਬਿਲਕੁਲ ਸਾਫ਼ ਅਤੇ ਕਲੀਅਰ ਹੋਣੀ ਚਾਹੀਦੀ ਹੈ ਕਿ ਅਸੀਂ ਬੱਚੇ ਨੂੰ ਹੀ ਫੋਕਸ ਕਰਨਾ ਹੈ, ਬੱਚੇ ਦਾ ਬੈਨੀਫਿਟ ਹੀ ਦੇਖਣਾ ਹੈ, ਬੱਚੇ ਦਾ ਲਾਭ ਹੀ ਦੇਖਣਾ ਹੈ, ਬੱਚੇ ਦੀ ਹੀ ਫੇਵਰ ਲੈਣੀ ਹੈ। ਇਹ ਆਪਣੇ ਦਿਮਾਗ ਦੇ ਅੰਦਰ ਬਿਠਾ ਲਓ ਗੱਲ ਕਿ ਅਸੀਂ ਜਦੋਂ ਵੀ ਕੋਈ ਪ੍ਰਸ਼ਨ ਪੜ੍ਹਨਾ ਹੈ, ਜਦੋਂ ਵੀ ਉਸ ਦੇ ਉੱਤਰ ਬਾਰੇ ਸੋਚਣਾ ਹੈ, ਤਾਂ ਸਾਡਾ ਕੇਂਦਰ ਬਿੰਦੂ ਕੀ ਹੈ? ਬੱਚਾ, ਜਿਹਨੂੰ ਹਰ ਪਾਸਿਓਂ ਬੈਨੀਫਿਟ ਦਿੱਤਾ ਜਾਣਾ ਹੈ, ਤਾਂ ਉਸ ਦੇ ਅਨੁਸਾਰ ਹੀ ਤੁਸੀਂ ਉਸ ਦਾ ਉੱਤਰ ਸੋਚਣਾ ਹੈ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਿਖਾਇਆ ਕਦੋਂ ਜਾਂਦਾ ਹੈ? ਜਦੋਂ ਸਿੱਖਣ ਵਾਲਾ ਤਿਆਰ ਹੋਵੇ। ਸਿੱਖਣ ਵਾਲਾ ਤਿਆਰ ਕਦੋਂ ਹੁੰਦਾ ਹੈ? ਜਦੋਂ ਉਸ ਦੇ ਅੰਦਰ ਇੱਕ ਪ੍ਰੇਰਨਾ ਹੋਵੇ ਕਿ ਮੈਂ ਸਿੱਖਣਾ ਹੈ। ਤਾਂ ਅਧਿਆਪਕ ਕਦੋਂ ਸਿਖਾਏਗਾ? ਜਦੋਂ ਬੱਚਾ ਸਿੱਖਣ ਲਈ ਤਿਆਰ ਹੋਏਗਾ। ਬੱਚਾ ਕਦੋਂ ਸਿੱਖੇਗਾ? ਜਦੋਂ ਅਧਿਆਪਕ ਉਸ ਨੂੰ ਪ੍ਰੇਰਿਤ ਕਰੇਗਾ ਕਿ ਹਾਂ ਮੈਂ ਸਿੱਖਣਾ ਹੈ। ਤਾਂ ਉਹ ਕਿਵੇਂ ਕਰ ਸਕਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈ ਵਿਅਕਤੀਗਤ ਟੀਚਿਆਂ ਅਤੇ ਉਹਨਾਂ ਦੀ ਮੁਹਾਰਤ ਨਿਰਧਾਰਤ ਕਰਨ ਵਿੱਚ ਉਹਨਾਂ ਦਾ ਸਮਰਥਨ ਕਰਕੇ। ਕਿ ਅਧਿਆਪਕ ਸਭ ਤੋਂ ਪਹਿਲੇ ਤਾਂ ਇਹ ਦੇਖੇਗਾ ਕਿਹੜੇ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ। ਕਦੇ ਵੀ ਅਸੀਂ ਇੱਕ ਪੂਰੀ ਕਲਾਸ ਨੂੰ ਇੱਕ ਤਰ੍ਹਾਂ ਨਾਲ ਨਹੀਂ ਸੋਚ ਸਕਦੇ। ਹਰ ਬੱਚੇ ਦੇ ਜਿਹੜੇ ਪਰਸਨਲ ਇੰਟਰਸਟ ਨੇ, ਉਹਦਾ ਜਿਹੜਾ ਵਿਅਕਤੀਗਤ ਰੁਚੀ ਆ, ਉਸਦੀ ਵਿਅਕਤੀਗਤ ਦਿਮਾਗ ਹੈ ਉਸਦਾ ਜਿਹੜਾ, ਉਸ ਦੇ ਅੰਦਰ ਉਸ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ, ਉਹਨੂੰ ਕਿਵੇਂ ਸਮਝਾਇਆ ਜਾ ਸਕਦਾ, ਉਸ ਲਈ ਅਸੀਂ ਉਸ ਦਾ ਬੱਚੇ ਦਾ ਸਮਰਥਨ ਕਰਾਂਗੇ, ਬੱਚੇ ਦੀ ਫੇਵਰ ਲਵਾਂਗੇ। ਜਿਵੇਂ ਬੱਚਾ ਸਿੱਖਣਾ ਚਾਹੁੰਦਾ ਹੈ, ਕੀ ਸਿੱਖਣਾ ਚਾਹੁੰਦਾ ਹੈ, ਕਿਹੜੇ ਢੰਗ ਨਾਲ ਸਿੱਖਣਾ ਚਾਹੁੰਦਾ ਹੈ, ਉਸ ਚੀਜ਼ ਦੇ ਅਕੋਰਡਿੰਗਲੀ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਕੇ ਉਸ ਦੇ ਅੰਦਰ ਪ੍ਰੇਰਨਾ ਜਗਾਵਾਂਗੇ ਅਤੇ ਫਿਰ ਉਸ ਨੂੰ ਅਸੀਂ ਸਿਖਾਵਾਂਗੇ। ਅਸੀਂ ਸਾਰੇ ਬੱਚਿਆਂ ਨੂੰ ਇੱਕੋ ਮੈਥਡ ਨਹੀਂ ਇੰਪਲੀਮੈਂਟ ਕਰ ਸਕਦੇ, ਇੱਕੋ ਤਰੀਕੇ ਨਾਲ ਨਹੀਂ ਪੜ੍ਹਾ ਸਕਦੇ। ਇਹ ਮਨੋਵਿਗਿਆਨ ਦੀ ਸਭ ਤੋਂ ਵੱਡੀ ਚੀਜ਼ ਹੈ ਕਿ ਹਰ ਬੱਚੇ ਦੀ ਇੱਕ ਵੱਖਰੀ ਪਹਿਚਾਣ ਹੈ, ਉਸ ਦਾ ਇੱਕ ਵੱਖਰਾ ਲੈਵਲ ਹੈ। ਤਾਂ ਇਸ ਲਈ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਅਸੀਂ ਬੱਚੇ ਦਾ ਬੈਨੀਫਿਟ ਦੇਖਣਾ ਹੈ, ਬੱਚੇ ਨੂੰ ਕੇਂਦਰ ਬਿੰਦੂ ਮੰਨਣਾ ਹੈ ਅਤੇ ਉਸ ਦੇ ਹਰ ਬੱਚੇ ਨੂੰ ਇੱਕ ਵਿਅਕਤੀਗਤ ਤੌਰ 'ਤੇ ਜਾਣਨਾ ਹੈ ਅਤੇ ਵਿਅਕਤੀਗਤ ਤੌਰ 'ਤੇ ਅਸੀਂ ਅਲੱਗ-ਅਲੱਗ ਸਾਧਨ ਅਪਣਾ ਕੇ, ਅਲੱਗ-ਅਲੱਗ ਤਰੀਕੇ ਬਣਾ ਕੇ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨੀ ਹੈ। ਜਿਵੇਂ ਉਹ ਸਿੱਖਣਾ ਚਾਹੁੰਦਾ ਹੈ ਉਸ ਦਾ ਉਸੇ ਤਰ੍ਹਾਂ ਹੀ ਸਮਰਥਨ ਕਰਕੇ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਨੈਕਸਟ ਪ੍ਰਸ਼ਨ ਦੀ ਗੱਲ ਕਰਦੇ ਹਾਂ।
ਆਪਣੇ ਕਲਾਸਰੂਮ ਵਿੱਚ ਵਿਅਕਤੀਗਤ ਅੰਤਰਾਂ ਨੂੰ ਪੂਰਾ ਕਰਨ ਲਈ ਇੱਕ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ। ਹੁਣ ਆਪਾਂ ਉੱਪਰ ਗੱਲ ਕੀਤੀ ਹੈ ਸਬਜੈਕਟ ਦੇ ਟੌਪਿਕ ਦੀ ਨਾਲ ਕਿ ਹਰ ਬੱਚਾ ਇੱਕ ਵੱਖਰਾ ਹੈ। ਹਰ ਬੱਚੇ ਦੇ ਵਿਅਕਤੀਗਤ ਇੰਟਰਸਟ ਨੇ, ਪਰਸਨਲ ਇੰਟਰਸਟ ਨੇ। ਹਰ ਬੱਚਾ ਅਲੱਗ ਤਰ੍ਹਾਂ ਸੋਚਦਾ ਹੈ, ਹਰ ਬੱਚੇ ਦੇ ਅੰਦਰ ਅਲੱਗ ਤਰ੍ਹਾਂ ਦੀਆਂ ਖੂਬੀਆਂ ਨੇ। ਹਰ ਬੱਚੇ ਜਿਹੜਾ ਹੈ ਉਹ ਕਿਸੇ ਦੇ ਨਾਲ ਦਾ ਨਹੀਂ, ਹਰ ਬੱਚਾ ਇੱਕ ਵੱਖਰਾ ਹੈ। ਤਾਂ ਤੁਹਾਡਾ ਕਲਾਸਰੂਮ ਹੈ, ਤੁਸੀਂ ਬੱਚਿਆਂ ਦੇ ਜਿਹੜੇ ਅਲੱਗ-ਅਲੱਗ, ਕੋਈ ਬੱਚਾ ਕਿਸ ਤਰ੍ਹਾਂ ਸਿੱਖੇਗਾ, ਕੋਈ ਕਿਵੇਂ ਸਿੱਖੇਗਾ, ਕੋਈ ਕੀ ਮੰਗੇਗਾ ਅਤੇ ਕੋਈ ਕੀ ਮੰਗੇਗਾ, ਉਸ ਚੀਜ਼ ਨੂੰ ਪੂਰਾ ਕਰਨ ਲਈ ਤੁਸੀਂ ਕੀ ਕਰੋਗੇ। ਤਾਂ ਸਹੀ ਜਿਹੜਾ ਇਹਦਾ ਉੱਤਰ ਹੈ ਕਿ ਵਿਦਿਆਰਥੀਆਂ ਨਾਲ ਗੱਲਬਾਤ ਵਿੱਚ ਸ਼ਾਮਲ ਹੋਵੋ ਅਤੇ ਉਹਨਾਂ ਦੇ ਦ੍ਰਿਸ਼ਟੀਕੋਣਾਂ ਦੀ ਕਦਰ ਕਰੋ। ਅਕਸਰ ਕੀ ਹੁੰਦਾ ਕਿ ਟੀਚਰ ਕਲਾਸਰੂਮ 'ਚ ਆਪਾਂ ਕੀ ਕਰਦੇ ਹਾਂ ਕਿ ਇਹ ਇਸ ਬੱਚੇ ਨੇ ਕਰ ਲਿਆ, ਤੂੰ ਕਿਉਂ ਨਹੀਂ ਕੀਤਾ। ਤਾਂ ਸਭ ਤੋਂ ਵੱਡਾ ਨੈਗੇਟਿਵ ਪੁਆਇੰਟ ਸਾਈਕੋਲੋਜੀ ਬੇਸ 'ਤੇ ਕਦੇ ਵੀ ਆਪਾਂ ਕਲਾਸਰੂਮ ਦੇ ਅੰਦਰ ਇਹ ਗੱਲ ਨਹੀਂ ਕਰਾਂਗੇ ਕਿ ਆਪਾਂ ਕਿਸੇ ਬੱਚੇ ਨੂੰ ਕਿਸੇ ਨਾਲ ਕੰਪੇਅਰ ਕਰਾਂਗੇ। ਇੱਕ ਆਹ ਵਾਲਾ ਜਿਹੜਾ ਪੁਆਇੰਟ ਹੈ, ਇਸ ਨੂੰ ਵੀ ਤੁਸੀਂ ਦਿਮਾਗ ਦੇ ਅੰਦਰ ਬਿਠਾ ਕੇ ਰੱਖੋਗੇ ਕਿ ਬੱਚਾ ਕੇਂਦਰ ਬਿੰਦੂ ਹੈ, ਬੱਚੇ ਦਾ ਬੈਨੀਫਿਟ ਸੋਚਣਾ ਹੈ, ਬੱਚੇ ਨੂੰ ਲਾਭ ਦੇਣਾ ਹੈ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਪ੍ਰਸ਼ਨਾਂ ਦੇ ਉੱਤਰ ਨੂੰ ਸੋਚਣਾ ਹੈ। ਤਾਂ ਵਿਦਿਆਰਥੀ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਦ੍ਰਿਸ਼ਟੀਕੋਣ ਦੀ ਕਦਰ ਕਰਾਂਗੇ। ਇਹ ਨਹੀਂ ਕਿ ਇਹ ਬੱਚਾ ਇਸ ਤਰ੍ਹਾਂ ਹੈ ਤਾਂ ਇਹ ਬੱਚਾ ਇਸ ਤਰ੍ਹਾਂ ਕਿਉਂ। ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਆਪਣੇ ਮਨ ਦੇ ਅੰਦਰ ਪੈਦਾ ਨਹੀਂ ਹੋਣ ਦਾਂਗੇ। ਉਹਨਾਂ ਦਾ ਜਿਹੋ ਜਿਹਾ ਜੋ ਬੱਚਾ ਹੈ, ਜਿਵੇਂ ਉਹ ਕਰਦਾ ਹੈ, ਜਿਸ ਤਰ੍ਹਾਂ ਦੀ ਨੌਲੇਜ ਰੱਖਦਾ ਹੈ, ਜਿਸ ਤਰ੍ਹਾਂ ਦੇ ਉਸਦੇ ਬੱਚੇ ਦੇ ਅੰਦਰ ਇੰਟਰਸਟ ਨੇ, ਉਹਨਾਂ ਦੀ ਰਿਸਪੈਕਟ ਕਰਦੇ ਹੋਏ, ਉਹਨਾਂ ਦੀ ਵੈਲਿਊ ਸਮਝਦੇ ਹੋਏ ਬੱਚੇ ਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਅਗਲਾ ਥਰਡ ਪ੍ਰਸ਼ਨ ਹੈ, ਮੁਲਾਂਕਣ ਉਦੇਸ਼ਪੂਰਨ ਹੁੰਦਾ ਹੈ। ਜਿਹੜੀ ਬੱਚਿਆਂ ਦੀ ਇਵੈਲੂਏਸ਼ਨ ਹੈ, ਬੱਚਿਆਂ ਦੇ ਅਸੀਂ ਜੱਜਮੈਂਟ ਕਰਦੇ ਹਾਂ, ਚਾਹੇ ਓਰਲ ਪੇਪਰਸ ਦੇ ਰਾਹੀਂ, ਚਾਹੇ ਰਿਟਨ ਪੇਪਰਸ ਦੇ ਰਾਹੀਂ, ਚਾਹੇ ਉਹਨਾਂ ਦੀਆਂ ਮੂਵਮੈਂਟਸ ਨੂੰ ਦੇਖ ਕੇ, ਚਾਹੇ ਉਹਨਾਂ ਦੀਆਂ ਕਲਾਸ ਪਰਫੋਰਮੈਂਸ ਨੂੰ ਦੇਖ ਕੇ ਅਸੀਂ ਉਹਨਾਂ ਦੀ ਇਵੈਲੂਏਸ਼ਨ ਕਰਦੇ ਹਾਂ, ਉਹ ਕਦੋਂ ਉਦੇਸ਼ਪੂਰਨ ਹੈ। ਤਾਂ ਸਹੀ ਉੱਤਰ ਦੀ ਗੱਲ ਇਸ ਦੇ ਅੰਦਰ ਇਹ ਹੈ ਕਿ ਇਹ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਲਈ ਫੀਡਬੈਕ ਵਜੋਂ ਕੰਮ ਕਰਦਾ ਹੈ। ਜੇਕਰ ਅਸੀਂ ਬੱਚੇ ਨੂੰ ਸਿਖਾ ਰਹੇ ਹਾਂ ਅਤੇ ਉਸ ਦੇ ਅੰਦਰ ਸਾਨੂੰ ਪਤਾ ਹੀ ਨਾ ਲੱਗੇ ਕਿ ਜੋ ਅਸੀਂ ਸਿਖਾ ਰਹੇ ਹਾਂ ਉਹ ਬੱਚੇ ਨੇ ਸਿੱਖਿਆ ਹੈ ਜਾਂ ਨਹੀਂ ਸਿੱਖਿਆ। ਜੇ ਸਿੱਖਿਆ ਤਾਂ ਕਿਸ ਲੈਵਲ ਤੱਕ ਸਿੱਖਿਆ। ਜੇਕਰ ਕੋਈ ਵੀ ਟੀਚਰ ਕਲਾਸ ਦੇ ਅੰਦਰ ਕੋਈ ਚੀਜ਼ ਸਿਖਾ ਰਿਹਾ ਹੈ ਤਾਂ ਅਗਰ ਉਹ 70 ਤੋਂ 80% ਬੱਚਾ ਸਿੱਖ ਜਾਂਦਾ ਹੈ ਤਾਂ ਮੇਰੇ ਵਿਚਾਰ ਅਨੁਸਾਰ ਕਿ ਉਹ ਅਧਿਆਪਕ ਸਫਲ ਅਧਿਆਪਕ ਹੈ। ਕਿਉਂਕਿ 100% ਤਾਂ ਤੁਸੀਂ ਕਦੇ ਵੀ ਕਿਸੇ ਨੂੰ ਆਪਣੇ ਅਨੁਸਾਰ ਨਹੀਂ ਸਿਖਾ ਸਕਦੇ। ਕਿਧਰੇ ਨਾ ਕਿਧਰੇ 10-20% ਉਹ ਆਪਣੇ ਅਨੁਸਾਰ ਵੀ ਸਿੱਖੇਗਾ। ਤਾਂ ਇਸ ਲਈ ਉਹਨਾਂ ਦਾ ਫੀਡਬੈਕ ਲਿਆ ਜਾਣਾ ਬਹੁਤ ਜ਼ਰੂਰੀ ਹੈ। ਤਾਂ ਹੀ ਅਧਿਆਪਕ ਨੂੰ ਪਤਾ ਲੱਗੇਗਾ ਕਿ ਉਸ ਦਾ ਜਿਹੜਾ ਉਹ ਪੜ੍ਹਾਉਣ ਦੇ ਤਰੀਕੇ ਨੇ ਉਹ ਸਹੀ ਜਾ ਰਹੇ ਹੈ ਜਾਂ ਨਹੀਂ ਜਾ ਰਹੇ। ਜਿਸ ਤਰ੍ਹਾਂ ਨਾਲ ਹੁਣ ਮੈਂ ਵੀ ਤੁਹਾਡੇ ਨਾਲ ਐਕਸਪਲੇਨੇਸ਼ਨ ਸ਼ੇਅਰ ਕਰ ਰਿਹਾ, ਤਾਂ ਜ਼ਰੂਰ ਤੁਹਾਡੀ ਨਾਲ ਦੀ ਨਾਲ ਇਵੈਲੂਏਸ਼ਨ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ। ਪ੍ਰੈਕਟਿਸ ਪੇਪਰ ਤੁਹਾਡੇ ਨਾਲ ਸ਼ੇਅਰ ਕੀਤੇ ਹੈ ਤਾਂ ਕਿ ਤੁਹਾਡੇ ਫੀਡਬੈਕ ਦਾ ਪਤਾ ਲੱਗੇ ਕਿ ਨੋਟਸ ਤੁਸੀਂ ਪੜ੍ਹ ਵੀ ਰਹੇ ਹੋ ਕਿ ਨਹੀਂ ਪੜ੍ਹ ਰਹੇ। ਜੇ ਪੜ੍ਹ ਰਹੇ ਹੋ ਤਾਂ ਕਿਸ ਲੈਵਲ ਤੱਕ ਪੜ੍ਹ ਰਹੇ ਹੋ, ਕਿਸ ਤਰ੍ਹਾਂ ਦੀ ਕਮੀ ਆ ਰਹੀ ਹੈ। ਤਾਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਕਿ ਇਵੈਲੂਏਸ਼ਨ ਕਿਉਂ ਜ਼ਰੂਰੀ ਹੈ। ਕਿਉਂਕਿ ਬੱਚਿਆਂ ਦਾ ਅਸੀਂ ਇਹ ਨਹੀਂ ਦੇਖਣਾ, ਬੱਚੇ ਦੀ ਪਰਫੋਰਮੈਂਸ ਨਹੀਂ ਦੇਖਣੀ ਆਪਾਂ, ਬੱਚਾ ਇੰਟੈਲੀਜੈਂਟ ਹੈ ਕਿ ਵੀਕ ਹੈ। ਅਸੀਂ ਇਹ ਦੇਖਣਾ ਕਿ ਸਾਡਾ ਪੜ੍ਹਾਉਣ ਦਾ ਢੰਗ, ਸਾਡਾ ਪੜ੍ਹਾਉਣ ਦਾ ਤਰੀਕਾ ਬੱਚੇ ਲਈ ਕਿੰਨਾ ਕਾਰਗਰ ਹੋ ਰਿਹਾ ਹੈ, ਕਿੰਨਾ ਸਹੀ ਸਾਬਤ ਹੋ ਰਿਹਾ ਹੈ। ਇਸ ਲਈ ਆਪਾਂ ਜੋ ਵੀ ਚਾਈਲਡ ਸਾਈਕੋਲੋਜੀ ਦੇ ਕੁਐਸਚਨ ਦੇ ਉੱਤਰ ਨੂੰ ਜਦੋਂ ਦੇਣਾ ਹੈ, ਇੱਕ ਪੋਜ਼ੀਟਿਵ ਸੋਚ ਦੇ ਨਾਲ, ਨਾ ਕਿ ਬੱਚੇ ਦੀ ਆਲੋਚਨਾ ਨਹੀਂ ਕਰਨੀ। ਬੱਚੇ ਨੂੰ ਬੱਚੇ ਦੀ ਫੇਵਰ 'ਚ ਹੀ ਸੋਚਾਂਗੇ, ਬੱਚੇ ਨੂੰ ਕੇਂਦਰ ਬਿੰਦੂ ਵਿੱਚ ਹੀ ਰੱਖਾਂਗੇ, ਬੱਚੇ ਨੂੰ ਬੈਨੀਫਿਟ ਹੀ ਦੇਵਾਂਗੇ, ਬੱਚੇ ਦਾ ਲਾਭ ਹੀ ਸੋਚਾਂਗੇ। ਮੈਂ ਵਾਰ-ਵਾਰ ਤੁਹਾਨੂੰ ਇਹ ਗੱਲਾਂ ਰਿਪੀਟ ਕਰ ਰਿਹਾ ਤਾਂ ਕਿ ਤੁਹਾਡੇ ਮਾਈਂਡ ਦੇ ਅੰਦਰ ਚਾਈਲਡ ਸਾਈਕੋਲੋਜੀ ਨੂੰ ਲੈ ਕੇ ਇੱਕ ਫਿੱਟ ਪੁਆਇੰਟ ਬਹਿ ਜਾਵੇ ਕਿ ਬੱਚਾ ਜਿਹੜਾ ਉਹ ਸਾਡੇ ਵਾਸਤੇ ਸਭ ਤੋਂ ਉੱਤੇ ਹੈ। ਬੱਚੇ ਦੀ ਅਸੀਂ ਕਿਧਰੇ ਆਲੋਚਨਾ ਨਹੀਂ ਕਰਨੀ, ਬੱਚੇ ਦਾ ਹਰ ਪਾਸੇ ਅਸੀਂ ਲਾਭ ਦੇਵਾਂਗੇ। ਤਾਂ ਹੀ ਤੁਸੀਂ ਜਿਹੜੇ ਉੱਤਰ ਨੇ ਸਾਈਕੋਲੋਜੀ ਦੇ ਬਿਲਕੁਲ ਠੀਕ ਕਰ ਸਕੋਗੇ। ਤਾਂ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। NCF 2005 ਦੇ ਅਨੁਸਾਰ ਇੱਕ ਅਧਿਆਪਕ ਦੀ ਭੂਮਿਕਾ ਇਹ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ ਜੀ? ਅਧਿਕਾਰਤ, ਤਾਨਾਸ਼ਾਹੀ, ਆਗਿਆਕਾਰੀ, ਸੁਵਿਧਾਜਨਕ ਦਾ ਅਰਥ ਆਪਾਂ ਇਸ ਤਰ੍ਹਾਂ ਲੈਂਦੇ ਹਾਂ ਕਿ ਇੱਕ ਟੀਚਰ ਨੂੰ ਕਲਾਸਰੂਮ 'ਚ ਕਿਸ ਤਰ੍ਹਾਂ ਨਾਲ ਹੋਣਾ ਚਾਹੀਦਾ ਹੈ ਕਿ ਬੱਚਿਆਂ ਦੀ ਫੈਸਿਲਿਟੀ ਦੇ ਅਨੁਸਾਰ। ਫਿਰ ਬੱਚਾ ਆ ਗਿਆ ਕਿ ਬੱਚੇ ਨੂੰ ਜਿਸ ਤਰ੍ਹਾਂ ਦੀ ਲੋੜ ਹੈ, ਬੱਚੇ ਨੂੰ ਜਿਸ ਤਰ੍ਹਾਂ ਦੇ ਮੈਥਡ ਦੀ ਲੋੜ ਹੈ, ਟੀਚਰ ਨਹੀਂ ਇਸ ਗੱਲ 'ਤੇ ਸਟ੍ਰਿਕਟ ਹੋ ਸਕਦਾ ਕਿ ਮੈਂ ਤਾਂ ਐਸੇ ਮੈਥਡ ਨਾਲ ਹੀ ਪੜ੍ਹਾਵਾਂਗਾ। ਉਸ ਨੂੰ ਬੱਚਿਆਂ ਨੂੰ ਦੇਖਣਾ, ਬੱਚਿਆਂ ਦੇ ਮਨੋਵਿਗਿਆਨ ਨੂੰ ਦੇਖਣਾ ਕਿ ਬੱਚੇ ਨੂੰ ਕਿਸ ਤਰ੍ਹਾਂ ਦਾ ਮੈਥਡ ਦੀ ਲੋੜ ਹੈ।
ਇੱਕ ਬੱਚੇ ਨੂੰ ਕਿਸ ਤਰ੍ਹਾਂ ਦਾ ਮੈਥਡ ਚਾਹੀਦਾ ਹੈ, ਦੂਸਰੇ ਬੱਚੇ ਨੂੰ ਕਿਹੋ ਜਿਹਾ ਚਾਹੀਦਾ ਹੈ, ਤੀਸਰੇ ਨੂੰ ਕਿਹੋ ਜਿਹਾ ਚਾਹੀਦਾ ਹੈ। ਤਾਂ ਉਹ ਬੱਚਿਆਂ ਦੀ ਸੁਵਿਧਾ ਦੇ ਅਨੁਸਾਰ ਬੱਚਾ ਅਧਿਆਪਕ ਆਪਣੇ ਆਪ ਨੂੰ ਕਨਵਰਟ ਕਰਨ ਦੇ ਕਾਬਿਲ ਹੋਵੇ, ਇਸ ਤਰ੍ਹਾਂ ਦਾ ਅਧਿਆਪਕ ਹੋਵੇ। ਤਾਂ ਇਹ NCF 2005 ਆਪਾਂ ਨੂੰ। ਅੱਗੇ ਗੱਲ ਕਰਦੇ ਹਾਂ 5ਵੇਂ ਪ੍ਰਸ਼ਨ ਦੀ। ਖੋਜ ਸੁਝਾਅ ਦਿੰਦੀ ਹੈ ਕਿ ਇੱਕ ਵੰਨ ਸੁਵੰਨੀਆਂ ਕਲਾਸਰੂਮ ਵਿੱਚ ਇੱਕ ਅਧਿਆਪਕ ਦੀਆਂ ਉਸ ਦੇ ਵਿਦਿਆਰਥੀਆਂ ਤੋਂ ਉਮੀਦਾਂ ਉਹਨਾਂ ਦੀ ਸਿੱਖਿਆ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ ਦੇ ਇੱਕੋ ਇੱਕ ਨਿਰਧਾਰਕ ਹਨ, ਨਾਲ ਸੰਬੰਧਿਤ ਨਹੀਂ ਹੋਣਾ ਚਾਹੀਦਾ ਅਤੇ ਕੋਈ ਪ੍ਰਭਾਵ ਨਹੀਂ ਪਾਉਂਦਾ। ਪ੍ਰਸ਼ਨ ਕੀ ਹੈ ਕਿ ਜਿਸ ਤਰ੍ਹਾਂ ਨਾਲ ਕਿ ਵੰਨ ਸੁਵੰਨੀਆਂ ਕਲਾਸਰੂਮ, ਅਸੀਂ ਕਲਾਸਰੂਮ ਡੈਕੋਰੇਸ਼ਨ 'ਤੇ ਬਹੁਤ ਧਿਆਨ ਦਿੰਦੇ ਹਾਂ। ਕਲਾਸਰੂਮ ਦੇ ਅੰਦਰ TLM ਦੀ ਪ੍ਰੈਜੈਂਟੇਸ਼ਨ 'ਤੇ ਬਹੁਤ ਫੋਕਸ ਕੀਤਾ ਜਾਂਦਾ ਹੈ। ਸਪੈਸ਼ਲੀ ਪ੍ਰੀ ਪ੍ਰਾਇਮਰੀ ਕਲਾਸਰੂਮਸ ਜੋ ਕਿ ਪੇਂਟਡ ਫਲੈਕਸ ਦਾ ਯੂਜ਼, ਹਰ ਤਰ੍ਹਾਂ ਦੇ ਕਾਰਟੂਨਸ ਬਣੇ ਹੋਣ, ਟੀਚਿੰਗ ਲਰਨਿੰਗ ਮਟੀਰੀਅਲ ਨਾਲ ਪੇਂਟਡ ਰੂਮ ਹੋਵੇ, ਇਹਨਾਂ ਸਾਰੀਆਂ ਗੱਲਾਂ 'ਤੇ ਫੋਕਸ ਕੀਤਾ ਜਾਂਦਾ ਸਪੈਸ਼ਲੀ ਪ੍ਰੀ ਪ੍ਰਾਇਮਰੀ ਲਈ। ਤਾਂ ਵਿਦਿਆਰਥੀਆਂ ਤੋਂ ਕੀ ਉਮੀਦ ਲਾਈ ਜਾਂਦੀ ਹੈ ਕਿ ਇਸ ਦਾ ਜਿਹੜਾ ਪ੍ਰਭਾਵ ਹੈ ਕਮਰੇ ਦਾ, ਉਹ ਬੱਚਿਆਂ ਦੇ ਮਨੋਵਿਗਿਆਨ 'ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ? ਬਹੁਤ ਹੀ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਇਹ ਖੋਜ ਕਹਿੰਦੀ ਹੈ। ਤਾਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ, ਕਿਉਂਕਿ ਬੱਚੇ ਦਾ ਮਨ ਦੇਖੋ ਚੰਚਲ ਹੈ, ਬੱਚਾ ਇੱਕ ਜਗ੍ਹਾ 'ਤੇ ਫੋਕਸ ਨਹੀਂ ਕਰ ਸਕਦਾ। ਬੱਚੇ ਦਾ ਧਿਆਨ ਕਿ ਜਦੋਂ ਕਲਾਸਰੂਮ 'ਚ ਬੈਠਾ ਹੋਏਗਾ ਉਹ ਸੱਜੇ ਵੀ ਦੇਖੇਗਾ, ਖੱਬੇ ਵੀ ਦੇਖੇਗਾ, ਉੱਤੇ ਵੀ ਦੇਖੇਗਾ, ਹੇਠਾਂ ਵੀ ਦੇਖੇਗਾ। ਤਾਂ ਜੇਕਰ ਸਾਡੇ ਜਿੱਥੇ ਵੀ ਉਹਦੀ ਨਜ਼ਰ ਪਵੇ ਤਾਂ ਰੂਮ ਨੂੰ ਅਗਰ ਆਪਾਂ ਇਸ ਤਰ੍ਹਾਂ ਨਾਲ ਪੇਂਟ ਕੀਤਾ, ਇਸ ਤਰ੍ਹਾਂ ਨਾਲ ਉਸ ਦੇ ਅੰਦਰ TLM ਡਿਜ਼ਾਈਨ ਕੀਤੀਆਂ ਕਿ ਬੱਚਾ ਜਿੱਥੇ ਮਰਜ਼ੀ ਦੇਖੇ ਉਸ ਨੂੰ ਸਿੱਖਣ ਨੂੰ ਹੀ ਮਿਲੇ। ਤਾਂ ਇਸ ਲਈ ਇਹ ਖੋਜ ਹੈ ਕਿ ਜਿਹੜਾ ਪ੍ਰੀ ਪ੍ਰਾਇਮਰੀ ਦਾ ਕਲਾਸਰੂਮ ਹੈ ਉਹ ਬਹੁਤ ਵਧੀਆ ਤਿਆਰ ਕੀਤਾ ਜਾਂਦਾ ਹੈ। ਡਿਪਾਰਟਮੈਂਟ ਵੱਲੋਂ ਵੀ ਐਸੇ ਚੀਜ਼ 'ਤੇ ਪਿੱਛੇ ਜੇ ਫੋਕਸ ਕੀਤਾ ਗਿਆ ਕਿ ਹਰ ਤਰ੍ਹਾਂ ਨਾਲ ਜਿਹੜਾ ਪ੍ਰੀ ਪ੍ਰਾਇਮਰੀ ਰੂਮ ਹੈ ਉਹ ਟੀਚਿੰਗ ਲਰਨਿੰਗ ਮਟੀਰੀਅਲ ਦੀ ਤਰ੍ਹਾਂ ਹੋਣਾ ਚਾਹੀਦਾ, ਤਾਂ ਕਿ ਬੱਚੇ ਦਾ ਜੋ ਮਨੋਵਿਗਿਆਨ ਹੈ ਉਹ ਇਹ ਹੈ ਕਿ ਬੱਚੇ ਨੇ ਹਰ ਤਰਫ ਦੇਖਣਾ ਹੈ, ਉਸਨੇ ਨਵੀਂ ਚੀਜ਼ ਵੱਲ ਆਕਰਸ਼ਿਤ ਹੋਣਾ ਹੈ। ਥੋੜ੍ਹੀ ਦੇਰ ਇੱਕ ਪਾਸੇ, ਥੋੜ੍ਹੀ ਦੇਰ ਇੱਕ ਪਾਸੇ, ਥੋੜ੍ਹੀ ਦੇਰ ਇੱਕ ਪਾਸੇ। ਤਾਂ ਇਸ ਲਈ ਬੱਚੇ ਦੇ ਮਨੋਵਿਗਿਆਨ ਨੂੰ ਸਮਝਦੇ ਹੋਏ ਜਿਹੜਾ ਕਲਾਸਰੂਮ ਡੈਕੋਰੇਸ਼ਨ ਹੈ, TLM ਨਾਲ ਸਜਿਆ ਹੋਇਆ ਇੱਕ ਕਮਰਾ ਹੈ, ਜਿਹੜਾ ਵੰਨ ਸੁਵੰਨੀ ਕਲਾਸਰੂਮ ਹੈ, ਉਸ 'ਤੇ ਬਹੁਤ ਹੀ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। ਨੈਕਸਟ ਗੱਲ ਕਰਦੇ ਹਾਂ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਲ ਕਰਨਾ ਇੱਕ ਅਵਿਸ਼ਵਾਸੀ ਟੀਚਾ ਹੈ, ਅਪਾਹਜਤਾ ਵਾਲੇ ਬੱਚਿਆਂ ਲਈ ਨੁਕਸਾਨਦੇਹ ਹੈ, ਸਕੂਲ 'ਤੇ ਬੋਝ ਵਧੇਗਾ, ਰਵੱਈਏ, ਸਮੱਗਰੀ ਅਤੇ ਅਧਿਆਪਨ ਪ੍ਰਤੀ ਪਹੁੰਚ ਵਿੱਚ ਤਬਦੀਲੀ ਦੀ ਲੋੜ ਹੈ। ਤਾਂ ਗੱਲ ਆ ਜਾਂਦੀ ਹੈ ਕਿ ਅਸੀਂ ਸਾਰੇ ਬੱਚਿਆਂ ਨੂੰ ਇੱਕ ਸਮਾਨ ਸਮਝਣਾ ਹੈ, ਸਪੈਸ਼ਲੀ ਜਿਹੜੇ ਚਿਲਡਰਨ ਵਿਦ ਸਪੈਸ਼ਲ ਨੀਡਸ, ਜਿਨ੍ਹਾਂ ਨੂੰ ਆਪਾਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਹਿੰਦੇ ਹਾਂ। ਜੇਕਰ ਅਸੀਂ ਉਹਨਾਂ ਦੀ ਸਾਈਕੋਲੋਜੀ ਸਮਝਣੀ ਹੈ, ਬੱਚੇ ਨੂੰ ਕਿਸੇ ਨੂੰ ਉੱਚਾ ਸੁਣਦਾ ਹੈ, ਕਿਸੇ ਨੂੰ ਦਿਖਦਾ ਨਹੀਂ, ਕਿਸੇ ਦੀ ਨਜ਼ਰ ਕਮਜ਼ੋਰ ਹੈ, ਕਿਸੇ ਨੂੰ ਬੋਲਣ 'ਚ ਅਸਮਰਥਤਾ ਹੈ, ਕਿਸੇ ਨੂੰ ਚੱਲਣ 'ਚ ਦਿੱਕਤ ਹੈ, ਕਿਸੇ ਦੇ ਹੱਥ ਪ੍ਰੋਪਰ ਕੰਮ ਨਹੀਂ ਕਰਦੇ, ਤਾਂ ਇਹ ਜੋ ਸਾਰੀਆਂ ਚੀਜ਼ਾਂ ਨੇ ਉਹਨਾਂ ਬੱਚਿਆਂ ਨੂੰ ਵੀ ਅਗਰ ਅਸੀਂ ਸ਼ਾਮਲ ਕਰਦੇ ਹਾਂ, ਉਹਨਾਂ ਦੇ ਮਨੋਵਿਗਿਆਨ ਨੂੰ ਵੀ ਅਸੀਂ ਨਾਲ ਦੀ ਨਾਲ ਸਮਝਣਾ ਹੈ। ਤਾਂ ਇਸ ਲਈ ਜ਼ਰੂਰੀ ਕੀ ਹੈ? ਸਭ ਤੋਂ ਪਹਿਲਾਂ ਸਾਡਾ ਰਵੱਈਆ, ਕਿ ਉਹਨਾਂ ਬੱਚਿਆਂ ਦੇ ਪ੍ਰਤੀ ਸਾਡਾ ਰਵੱਈਆ ਕਿਹੋ ਜਿਹਾ ਹੋਏਗਾ, ਤਾਂ ਕਿ ਉਹਨਾਂ ਨੂੰ ਅਸੀਂ ਸਾਈਕੋਲੋਜੀਕਲੀ ਉਹਨਾਂ ਨੂੰ ਪੂਰੀ ਤਰ੍ਹਾਂ ਸਮਝ ਸਕੀਏ, ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਦੀ ਲੋੜ ਹੈ। ਦੂਜੀ ਗੱਲ ਹੈ ਸਮੱਗਰੀ, ਉਹਨਾਂ ਲਈ ਜੋ ਅਲੱਗ ਤਰ੍ਹਾਂ ਦੀ ਸਮੱਗਰੀ ਦੀ ਲੋੜ ਹੈ, ਉਹਨਾਂ ਦੀ ਸਹੂਲਤ ਦੇ ਅਨੁਸਾਰ, ਜੋ ਕਿ ਸਮੱਗਰੀ ਦੇ ਅੰਦਰ ਆਪਾਂ ਦੂਜੇ ਬੱਚਿਆਂ ਤਰ੍ਹਾਂ ਨੂੰ ਨਹੀਂ ਪੜ੍ਹਾ ਸਕਦੇ। ਅਗਰ ਕਿਸੇ ਬੱਚੇ ਦੀ ਨਜ਼ਰ ਕਮਜ਼ੋਰ ਹੈ ਤਾਂ ਉਸ ਨੂੰ ਉਸੇ ਤਰ੍ਹਾਂ ਦੀ ਸਮੱਗਰੀ ਦੀ ਲੋੜ ਹੈ, ਅਗਰ ਕਿਸੇ ਨੂੰ ਬੋਲਣ 'ਚ ਸਮਰਥਤਾ ਹੈ ਤਾਂ ਉਸ ਨੂੰ ਉਸ ਤਰ੍ਹਾਂ ਦੇ ਮਟੀਰੀਅਲ ਦੀ ਲੋੜ ਹੈ। ਤਾਂ ਉਹ ਸਾਰੀਆਂ ਤਬਦੀਲੀਆਂ ਦੀ ਲੋੜ ਹੈ ਜੇਕਰ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸਾਡੀ ਕਲਾਸ ਦੇ ਅੰਦਰ ਪ੍ਰੀ ਪ੍ਰਾਇਮਰੀ ਕਲਾਸਰੂਮ ਹੈ, ਉਸ ਦੇ ਅੰਦਰ ਇੱਕ ਬੱਚਾ ਵੀ ਸਾਡੇ ਕੋਲ ਕੋਈ ਵਿਸ਼ੇਸ਼ ਲੋੜ ਵਾਲਾ ਹੈ, ਤਾਂ ਉਸ ਦੇ ਪ੍ਰਤੀ ਸਾਡਾ ਰਵੱਈਆ, ਉਸ ਲਈ ਲੋੜੀਂਦੀ ਸਮੱਗਰੀ ਅਤੇ ਸਾਡਾ ਜਿਹੜਾ ਟੀਚਿੰਗ ਮੈਥਡ ਹੈ, ਅਧਿਆਪਨ ਹੈ, ਉਸ ਲਈ ਵੱਖਰਾ ਹੋਣਾ ਚਾਹੀਦਾ ਹੈ। ਉਹ ਸਾਰੀਆਂ ਚੀਜ਼ਾਂ ਅਸੀਂ ਕਰਾਂਗੇ ਤਾਂ ਹੀ ਉਹਨਾਂ ਬੱਚਿਆਂ ਦਾ ਮਨੋਵਿਗਿਆਨ ਸਮਝ ਕੇ ਉਹਨਾਂ ਨੂੰ ਵਧੀਆ ਅਸੀਂ ਪੜ੍ਹਾ ਸਕਾਂਗੇ। ਨੈਕਸਟ ਹੈ ਵਿਭਿੰਨ ਸਮਾਜਿਕ, ਆਰਥਿਕ, ਸੱਭਿਆਚਾਰਕ ਪਿਛੋਕੜਾਂ ਵਾਲੇ ਬੱਚਿਆਂ ਦੇ ਨਾਲ ਇੱਕ ਵਿਭਿੰਨ ਕਲਾਸਰੂਮ ਹੋਣ ਨਾਲ ਸਾਰੇ ਵਿਦਿਆਰਥੀਆਂ ਦੇ ਸਿੱਖਣ ਦੇ ਤਜਰਬਿਆਂ ਨੂੰ ਅਮੀਰ ਬਣਾਉਂਦਾ ਹੈ। ਇਹ ਬਿਆਨ ਹੈ, ਕਿਸੇ ਨੇ ਗੱਲ ਕਹੀ ਹੈ ਕਿ ਜੋ ਕਿ ਅਲੱਗ-ਅਲੱਗ ਸਮਾਜਿਕ ਲੈਵਲ ਤੋਂ ਬੱਚੇ ਆਏ ਹੋਏ, ਆਰਥਿਕ ਲੈਵਲ ਉਹਨਾਂ ਦਾ ਅਲੱਗ-ਅਲੱਗ, ਕਲਚਰਲ ਲੈਵਲ ਅਲੱਗ-ਅਲੱਗ। ਜਿਸ ਤਰ੍ਹਾਂ ਆਪਾਂ ਨੇ ਸਪੈਸ਼ਲੀ ਆਪਣੇ ਸਕੂਲਾਂ ਦੀ ਗੱਲ ਕਰੀਏ ਤਾਂ ਉੱਥੇ ਦੇਖੋ ਮਾਈਗ੍ਰੇਟ ਬੱਚੇ UP ਬਿਹਾਰ ਤੋਂ, ਅਲੱਗ-ਅਲੱਗ ਡਿਸਟ੍ਰਿਕਟਸ ਤੋਂ ਜਾਂ ਅਲੱਗ-ਅਲੱਗ ਕਲਾਸਿਸ ਤੋਂ, ਕੋਈ ਲੇਬਰ ਕਲਾਸ ਤੋਂ ਹੈ, ਕੋਈ ਮਿਡਲ ਕਲਾਸ ਤੋਂ ਹੈ, ਇਸ ਤਰ੍ਹਾਂ ਦੇ ਜਿਹੜੇ ਬੱਚੇ ਉਹ ਸਾਰੇ ਇਕੱਠੇ ਬੈਠੇ ਹੁੰਦੇ ਹੈ। ਅਤੇ ਇਸ ਦਾ ਮਤਲਬ ਇਹ ਕੀ ਬਿਆਨ ਹੈ, ਇਸ ਨੂੰ ਤੁਸੀਂ ਕਿਵੇਂ ਸਮਝਦੇ ਹੋ?
ਗਲਤ ਕਿਉਂਕਿ ਇਹ ਬੱਚਿਆਂ ਨੂੰ ਉਲਝਾ ਸਕਦਾ ਅਤੇ ਉਹ ਆਪਣੇ ਆਪ ਨੂੰ ਗੁਆਚਿਆ ਮਹਿਸੂਸ ਕਰ ਸਕਦੇ ਹਨ। ਸਹੀ ਕਿਉਂਕਿ ਬੱਚੇ ਆਪਣੇ ਹਾਣੀਆਂ ਤੋਂ ਬਹੁਤ ਸਾਰੇ ਹੁਨਰ ਸਿੱਖਦੇ ਹਨ। ਸਹੀ ਹੈ ਕਿਉਂਕਿ ਇਹ ਕਲਾਸਰੂਮ ਨੂੰ ਵਧੇਰੇ ਲੜੀਵਾਰ ਬਣਾਉਂਦਾ ਹੈ। ਗਲਤ ਕਿਉਂਕਿ ਇਹ ਬੇਲੋੜੀ ਮੁਕਾਬਲੇਬਾਜ਼ੀ ਵੱਲ ਖੜਦਾ ਹੈ। ਤਾਂ ਸਹੀ ਉੱਤਰ ਇਹਦਾ ਕੀ ਹੈ ਕਿ ਸਹੀ ਕਿਉਂਕਿ ਬੱਚੇ ਆਪਣੇ ਹਾਣੀਆਂ ਤੋਂ ਬਹੁਤ ਸਾਰੇ ਹੁਨਰ ਸਿੱਖਦੇ ਹਨ। ਜਦੋਂ ਅਲੱਗ-ਅਲੱਗ ਸੋਸ਼ਲ ਵਰਗ ਤੋਂ ਅਲੱਗ-ਅਲੱਗ ਇਕੋਨਮੀ ਵਰਗ ਤੋਂ ਅਲੱਗ-ਅਲੱਗ ਕਲਚਰ ਤੋਂ ਜਦੋਂ ਬੱਚੇ ਇਕੱਠੇ ਬੈਠਦੇ ਨੇ ਤਾਂ ਵਾਕਈ ਬਹੁਤ ਸਾਰਾ ਕੁਛ ਆਪਣੇ ਕੋਲੋਂ ਸਿੱਖਦੇ ਨੇ। ਤਾਂ ਇਸ ਤਰ੍ਹਾਂ ਨਾਲ ਜਿਹੜੀ ਇੱਕ ਅਲੱਗ-ਅਲੱਗ ਤਰ੍ਹਾਂ ਦੇ ਲੈਵਲ ਦੇ ਜਿਹੜੇ ਬੱਚੇ ਨੇ, ਅਲੱਗ-ਅਲੱਗ ਬੈਕਗਰਾਊਂਡ ਦੇ ਬੱਚੇ ਨੇ, ਉਹ ਸਿੱਖਣ ਦੇ ਤਜਰਬਿਆਂ ਨੂੰ ਅਮੀਰ ਬਣਾਉਂਦਾ ਹੈ। ਜੋ ਲਾਸਟ ਲਾਈਨ ਹੈ ਕੁਐਸਚਨ ਦੀ, ਸਿੱਖਣ ਦੇ ਤਜਰਬਿਆਂ ਨੂੰ ਅਮੀਰ ਬਣਾਉਂਦਾ ਹੈ। ਵਾਕਈ ਬੱਚਾ ਬਹੁਤ ਕੁਛ ਸਿੱਖਦਾ ਹੈ। ਉਹ ਗਰੀਬੀ ਬਾਰੇ ਵੀ ਸਿੱਖਦਾ ਹੈ, ਉਹ ਅਮੀਰੀ ਬਾਰੇ ਵੀ ਸਿੱਖਦਾ ਹੈ, ਉਹ ਉਹਨਾਂ ਦੀਆਂ ਲੋੜਾਂ ਦੇ ਬਾਰੇ ਵੀ ਸਿੱਖਦਾ ਹੈ, ਉਹਨਾਂ ਦੇ ਉਹ ਕਲਚਰ ਦੇ ਬਾਰੇ ਵੀ ਜਾਣਦਾ ਹੈ। ਜਦੋਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਬੱਚੇ ਇਕੱਠੇ ਪੜ੍ਹਦੇ ਹੈ ਤਾਂ ਉਹਨਾਂ ਨੂੰ ਬਿਨਾਂ ਦੱਸੇ ਹੀ ਬਹੁਤ ਸਾਰੀ ਜਿਹੜੀ ਜਾਣਕਾਰੀ ਮਿਲ ਜਾਂਦੀ ਹੈ। ਮੈਂ ਪਹਿਲੀ ਗੱਲ ਇਹ ਕਰ ਰਿਹਾ ਸੀ ਕਿ ਆਪਾਂ ਫੋਕਸ ਕਿਹਨੂੰ ਕਰਨਾ, ਬੱਚੇ ਨੂੰ ਅਸੀਂ ਸੈਂਟਰ ਪੁਆਇੰਟ ਮੰਨ ਕੇ, ਉਹਦਾ ਬੈਨੀਫਿਟ ਮੰਨ ਕੇ, ਹਰ ਪਾਸੇ ਉਸ ਨੂੰ ਲਾਭ ਜਿਹੜੀ ਗੱਲ ਦਾ ਮਿਲਦਾ ਹੈ ਉਸ ਨੂੰ ਆਪਣੇ ਦਿਮਾਗ 'ਚ ਰੱਖ ਕੇ ਪ੍ਰਸ਼ਨ ਦਾ ਉੱਤਰ ਸੋਚਣਾ। ਦੂਜਾ ਪੁਆਇੰਟ ਤੁਹਾਨੂੰ ਮੇਨ ਦੱਸਣ ਲੱਗਿਆ ਕਿ ਪੋਜ਼ੀਟਿਵ, ਤੁਸੀਂ ਕਦੇ ਵੀ ਚਾਈਲਡ ਸਾਈਕੋਲੋਜੀ ਦੇ ਅੰਦਰ ਨੈਗੇਟਿਵ ਹੋ ਕੇ ਜਵਾਬ ਨਹੀਂ ਦੇ ਸਕਦੇ। ਤੁਸੀਂ ਪੋਜ਼ੀਟਿਵ ਹੋ ਕੇ ਹੀ ਜਵਾਬ ਦੇਣਾ। ਕਦੇ ਵੀ ਆਪਾਂ ਉਸ ਨੂੰ ਠੀਕ ਹੈ, ਆਪਾਂ ਨੂੰ ਥੋਰੈਟੀਕਲੀ ਜਾਂ ਪ੍ਰੈਕਟੀਕਲੀ ਲੱਗ ਸਕਦਾ ਹੈ ਕਿ ਇਹ ਜਵਾਬ ਗਲਤ ਹੈ, ਪਰ ਨਹੀਂ। ਅਸੀਂ ਸਾਈਕੋਲੋਜੀ ਬੇਸਿਸ 'ਤੇ ਜਦੋਂ ਗੱਲ ਕਰਾਂਗੇ ਤਾਂ ਅਸੀਂ ਪੋਜ਼ੀਟਿਵਿਟੀ ਦਿਮਾਗ ਦੇ ਅੰਦਰ ਰੱਖਣਾ ਕਿ ਹਾਂ, ਹਰ ਚੀਜ਼ ਦਾ ਜਿਹੜਾ ਕਿਧਰੇ ਨਾ ਕਿਧਰੇ ਬੈਨੀਫਿਟ ਹੈ, ਬੱਚੇ ਲਈ ਵਧੀਆ ਹੈ, ਬੱਚੇ ਲਈ ਠੀਕ ਹੈ। ਤਾਂ ਅਸੀਂ ਨੈਗੇਟਿਵ ਨਹੀਂ ਸੋਚਣਾ, ਅਸੀਂ ਪੋਜ਼ੀਟਿਵ ਉਹਨਾਂ ਚੀਜ਼ਾਂ ਦੇ ਬਾਰੇ ਸੋਚ ਕੇ ਹੀ ਜਵਾਬ ਦੇਣਾ। ਪਹਿਲੀ ਮੇਨ ਗੱਲ ਕਿ ਅਸੀਂ ਬੱਚੇ ਦੀ ਸਾਈਕੋਲੋਜੀ ਨੂੰ ਸੈਂਟਰ 'ਚ ਪੁਆਇੰਟ 'ਚ ਰੱਖਾਂਗੇ, ਬੱਚੇ ਦੀ ਫੇਵਰ ਲਵਾਂਗੇ ਹਰ ਜਗ੍ਹਾ 'ਤੇ। ਦੂਜੀ ਗੱਲ ਕਿ ਅਸੀਂ ਪੋਜ਼ੀਟਿਵ ਰਹਾਂਗੇ, ਪੋਜ਼ੀਟਿਵ ਰਹਿ ਕੇ ਹੀ ਬੱਚੇ ਦੇ ਬਾਰੇ ਸੋਚਾਂਗੇ, ਅਸੀਂ ਨੈਗੇਟਿਵ ਰਹਿ ਕੇ ਕੋਈ ਉੱਤਰ ਦਾ ਜਵਾਬ ਨਹੀਂ ਦੇਵਾਂਗੇ। ਨੈਕਸਟ ਹੈ ਸੁਣਨ ਦੀ ਕਮਜ਼ੋਰੀ ਵਾਲਾ ਬੱਚਾ। ਕੀ ਇਹਦਾ ਸਹੀ ਉੱਤਰ ਕਿ ਜੇ ਸੂਟੇਬਲ ਸਹੂਲਤ ਅਤੇ ਸਰੋਤ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਨਿਯਮਤ ਸਕੂਲ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਹੁਣ ਦੇਖੋ, ਆਪਾਂ ਪਹਿਲੇ ਵੀ ਉੱਪਰ ਗੱਲ ਕੀਤੀ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਬਾਰੇ, ਉਸ ਦੀ ਐਗਜ਼ਾਮਪਲ ਹੀ ਇੱਕ ਤਰ੍ਹਾਂ ਦਾ ਇਹ ਕੁਐਸਚਨ ਕਿ ਜਿਸ ਬੱਚੇ ਨੂੰ ਕਮਜ਼ੋਰ ਹੈ ਉਸ ਦੀ ਸੁਣਨ ਦੀ ਸ਼ਕਤੀ, ਤਾਂ ਜੇ ਉਹ ਦੇਖੋ ਉਹਦੀ ਛੋਟੀ ਜਿਹੀ ਪ੍ਰੋਬਲਮ ਹੈ ਕਿ ਜੋ ਟੀਚਰ ਉਹਨੂੰ ਨਿਰਦੇਸ਼ ਦੇ ਰਿਹਾ, ਜੋ ਉਸਨੂੰ ਗਾਈਡ ਕਰ ਰਿਹਾ, ਉਸਨੂੰ ਸੁਣ ਹੀ ਨਹੀਂ ਰਿਹਾ, ਤਾਂ ਉਹ ਸਮਝੇਗਾ ਕੀ? ਤਾਂ ਉਹ ਅੰਡਰਸਟੈਂਡ ਹੀ ਨਹੀਂ ਕਰੇਗਾ। ਸਭ ਤੋਂ ਪਹਿਲੇ ਜ਼ਰੂਰੀ ਹੈ ਕਿ ਉਸ ਨੂੰ ਸਹੀ ਆਵਾਜ਼ ਸੁਣਾਈ ਦੇਵੇ, ਅਤੇ ਜੇਕਰ ਉਸਦੇ ਕੰਨਾਂ ਦਾ ਇਲਾਜ ਹੋ ਜੇ, ਉਸ ਲਈ ਜੋ ਵੀ ਇੰਪੇਅਰਮੈਂਟਸ ਉਸ ਨੂੰ ਜ਼ਰੂਰਤ ਹੈ, ਜੋ ਵੀ ਇਕਵਿਪਮੈਂਟ ਦੀ ਉਸ ਨੂੰ ਜ਼ਰੂਰਤ ਹੈ, ਜੇ ਉਸ ਨੂੰ ਮੁਹੱਈਆ ਕਰਵਾ ਦਿੱਤੇ ਜਾਣ ਤਾਂ ਨੈਚੁਰਲੀ ਹੈ ਕਿ ਉਹ ਦਿਮਾਗ ਪੱਖੋਂ ਤਾਂ ਕਮਜ਼ੋਰ ਨਹੀਂ ਹੈ, ਸਿਰਫ ਉਹਦੀ ਸੁਣਨ ਦੀ ਸ਼ਕਤੀ ਦੀ ਪ੍ਰੋਬਲਮ ਹੈ। ਜੇ ਅਸੀਂ ਉਹ ਦੂਰ ਕਰਤੀ, ਉਸ ਨੂੰ ਸਮਝ ਲਿਆ ਕਿ ਇਸ ਨੂੰ ਕਿਉਂ ਨਹੀਂ ਸਮਝ ਆ ਰਿਹਾ, ਅਸੀਂ ਮਨੋਵਿਗਿਆਨ ਬਾਰੇ ਸੋਚ ਰਹੇ ਹਾਂ। ਮਨੋਵਿਗਿਆਨ ਨੂੰ ਸਾਹਮਣੇ ਰੱਖ ਕੇ ਅਸੀਂ ਬੱਚੇ ਦੇ ਬਾਰੇ ਸੋਚਾਂਗੇ, ਉਸ ਦਾ ਕਾਰਨ ਲੱਭਾਂਗੇ ਤਾਂ ਕਾਰਨ ਤਲਾਸ਼ਿਆ ਜਾਵੇਗਾ, ਅਤੇ ਉਸ ਕਾਰਨ ਜਦੋਂ ਤਲਾਸ਼ਿਆ ਗਿਆ ਤਾਂ ਉਹ ਕਾਰਨ ਦਾ ਹੱਲ ਵੀ ਹੋਏਗਾ। ਪਿੱਛੇ ਜੇ ਇਸ ਦੇ ਰਿਗਾਰਡਿੰਗਲੀ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਕਲਾਸਰੂਮ ਦੇ ਅੰਦਰ ਇੱਕ ਬੱਚਾ ਸੀ, ਕਾਫੀ ਦਿਨਾਂ ਤੋਂ ਸਕੂਲ ਆ ਰਿਹਾ ਸੀ, ਪਰ ਉਹ ਲਿਖਣ ਦੇ ਅੰਦਰ ਉਸਦੀ ਜਿਹੜੀ ਪੂਰੀ ਤਰ੍ਹਾਂ ਨਾਲ ਕੈਪੇਬਲ ਨਹੀਂ ਹੋ ਰਿਹਾ ਸੀ ਲਿਖਣ ਦੀ। ਤਾਂ ਟੀਚਰ ਨੇ ਉਸਨੂੰ ਜੱਜ ਕੀਤਾ ਕਿ ਕਿਉਂ ਨਹੀਂ ਲਿਖ ਰਿਹਾ, ਕਿ ਇਸ ਨੂੰ ਲਿਖਣ ਦੇ ਅੰਦਰ ਦੱਸੀ ਦੀ ਕਿਹੜੀ ਲਾਈਨ ਹੈ ਵੀ ਇਹ ਤੂੰ ਇਸ ਲਾਈਨ ਦੇ ਅੰਦਰ ਲਿਖ, ਪਰ ਬੱਚਾ 2 ਜਾਂ 3 ਲਾਈਨਾਂ ਉੱਪਰ, ਕਦੇ 2 ਜਾਂ 3 ਲਾਈਨਾਂ ਨੀਚੇ ਵੱਲ ਨੂੰ ਲਿਖਦਾ ਸੀ। ਤਾਂ ਟੀਚਰ ਨੇ 4-5 ਦਿਨ ਕੰਟੀਨਿਊ ਜੱਜਮੈਂਟ ਕਰਨ ਤੋਂ ਬਾਅਦ ਉਸਦੀ ਮਦਰ ਨੂੰ ਬੁਲਾਇਆ, ਉਸ ਨੂੰ ਦੱਸੀ ਪ੍ਰੋਬਲਮ, ਜਾਂ ਇਸ ਨੂੰ ਇੱਥੇ ਸਪੈਸ਼ਲ ਉਂਗਲ ਲਗਾ ਕੇ ਜਾਂ ਨਿਸ਼ਾਨ ਲਗਾ ਕੇ ਵੀ ਦਈਦਾ ਵੀ ਤੂੰ ਇੱਥੇ ਲਿਖ, ਪਰ ਫਿਰ ਵੀ ਉੱਪਰ ਜਾਂ ਨੀਚੇ ਕਿਉਂ ਲਿਖਦਾ, ਤੁਸੀਂ ਇਸ ਨੂੰ ਡਾਕਟਰ ਕੋਲ ਲੈ ਕੇ ਜਾਓ, ਆਈ ਸਪੈਸ਼ਲਿਸਟ ਨੂੰ ਦਿਖਾਓ ਕਿ ਇਸ ਦੀ ਨਿਗਾਹ 'ਚ ਪ੍ਰੋਬਲਮ ਹੈ। ਪਰ ਮਾਂ ਜਿਹੜੀ ਹੈ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਮੇਰੇ ਬੱਚੇ ਦੀ ਨਿਗਾਹ 'ਚ ਕੋਈ ਪ੍ਰੋਬਲਮ ਹੈ। ਪਰ ਫਿਰ ਵੀ ਜਦੋਂ ਉਹਨਾਂ ਨੂੰ 2-3 ਵਾਰ ਉਸ ਟੀਚਰ ਨੇ ਕਿਹਾ ਤਾਂ ਉਸ ਬੱਚੇ ਨੂੰ ਲੈ ਕੇ ਗਏ ਤਾਂ ਦੇਖਿਆ ਤਾਂ ਵਾਕਈ ਉਸ ਨੂੰ ਜਿਹੜਾ 4 ਨੰਬਰ ਦਾ ਜਿਹੜਾ ਚਸ਼ਮਾ, ਜਿਹੜਾ ਐਨਕ ਸੀ, ਉਸ ਨੂੰ ਲਗਾਈ ਗਈ। ਤਾਂ ਮਾਂ ਪਿਓ ਦੇ ਕੋਲ ਉਹ 7 ਸਾਲ ਤੋਂ ਸੀ ਬੱਚਾ, ਹੋ ਸਕਦਾ ਉਸਨੂੰ 2-3-4 ਸਾਲ ਤੋਂ ਪ੍ਰੋਬਲਮ ਹੋਵੇ, ਪਰ ਮਾਂ ਪਿਓ ਨੇ ਕਦੇ ਜੱਜ ਹੀ ਨਹੀਂ ਕੀਤੀ। ਪਰ ਇੱਕ ਟੀਚਰ ਦੇ ਕੋਲ ਜਦੋਂ ਇਹ ਬੱਚਾ ਆ ਗਿਆ ਤਾਂ ਉਸਨੇ 4-5 ਦਿਨਾਂ ਦੇ ਅੰਦਰ ਹੀ ਉਹ ਜਿਹੜੀ ਪ੍ਰੋਬਲਮ ਹੈ ਜੱਜ ਕੀਤੀ। ਤਾਂ ਉਸਦਾ ਰੀਜ਼ਨ ਕੀ ਸੀ ਕਿ ਉਹ ਸਾਈਕੋਲੋਜੀ ਸਮਝ ਕੇ ਉਸ ਬੱਚੇ ਦਾ ਮਨੋਵਿਗਿਆਨ ਸਮਝਿਆ ਕਿ ਹਾਂ, ਇਸ ਨੂੰ ਪ੍ਰੋਬਲਮ ਹੈ ਕੀ। ਤਾਂ
ਤਾਂ ਉਸ ਦੇ ਬਾਰੇ ਸੋਚਿਆ, ਉਸ ਨੂੰ ਕਨਕਲੂਜ਼ਨ 'ਤੇ ਪਹੁੰਚੇ ਕਿ ਵਾਕਈ ਪ੍ਰੋਬਲਮ ਹੋ ਕਿੱਥੇ ਸਕਦੀ ਹੈ। ਤਾਂ ਐਗਜ਼ਾਮਪਲ ਦੇਣ ਦਾ ਮਕਸਦ ਇਹ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਤਾ ਲੱਗ ਸਕੇ ਕਿ ਅਸੀਂ ਬੱਚੇ ਨੂੰ ਕਿਵੇਂ ਫੋਕਸ ਕਰਨਾ ਹੈ। ਜੇਕਰ ਉਹਨਾਂ ਦੀਆਂ ਉਹ ਚੀਜ਼ਾਂ ਦੂਰ ਕਰ ਦਿੱਤੀਆਂ ਜਾਣ ਤਾਂ ਬੱਚੇ ਬਹੁਤ ਵਧੀਆ ਕਰ ਸਕਦੇ ਹਨ। ਤਾਂ ਨੈਕਸਟ ਪ੍ਰਸ਼ਨ ਹੈ, ਨਿਮਨਲਿਖਤ ਵਿੱਚੋਂ ਕਿਹੜਾ ਇੱਕ ਪ੍ਰਤਿਭਾਸ਼ਾਲੀ ਸਿਖਿਆਰਥੀ ਦੀ ਵਿਸ਼ੇਸ਼ਤਾ ਹੈ। ਇੱਕ ਜਿਹੜਾ ਪ੍ਰਤਿਭਾਸ਼ਾਲੀ ਸਿਖਿਆਰਥੀ ਹੈ ਜੋ ਕਿ ਸਿੱਖਣਾ ਚਾਹੁੰਦਾ, ਉਹਦੇ 'ਚ ਕਿਹੜੀ ਵਿਸ਼ੇਸ਼ਤਾ ਹੋਏਗੀ। ਤਾਂ ਬੀ ਆਪਸ਼ਨ ਹੈ, ਜੇ ਕਲਾਸ ਦੀਆਂ ਗਤੀਵਿਧੀਆਂ ਕਾਫੀ ਚੁਣੌਤੀਪੂਰਨ ਨਾ ਹੋਣ ਤਾਂ ਬਹੁਤ ਘੱਟ ਅਤੇ ਬੋਰ ਮਹਿਸੂਸ ਕਰ ਸਕਦਾ। ਇੱਕ ਬੱਚਾ ਜੋ ਹਾਈਲੀ ਇੰਟੈਲੀਜੈਂਟ ਬੱਚਾ, ਉਸਨੂੰ ਕੁਛ ਨਾ ਕੁਛ ਚਾਹੀਦਾ। ਜੇਕਰ ਤੁਸੀਂ ਉਸਨੂੰ ਨਹੀਂ ਦਿਓਗੇ, ਉਸਨੂੰ ਕੋਈ ਮੁਸ਼ਕਲ ਚੀਜ਼ ਹੱਲ ਕਰਨ ਨੂੰ ਨਹੀਂ ਦਿਓਗੇ, ਉਸਨੂੰ ਬਿਜ਼ੀ ਨਹੀਂ ਰੱਖੋਗੇ, ਤਾਂ ਫਿਰ ਕੀ ਹੈ ਕਿ ਉਹ ਮਤਲਬ ਉਹ ਕਲਾਸ 'ਚ ਇਨਐਕਟਿਵ ਹੋ ਜਾਏਗਾ, ਉਹ ਬੋਰੀਅਤ ਮਹਿਸੂਸ ਕਰੇਗਾ, ਕਿਉਂਕਿ ਉਸ ਦੇ ਅੰਦਰ ਤਾਂ ਕੁਆਲਿਟੀ ਹੈ ਉਸ ਦੇ ਅੰਦਰ ਸਮਝਣ ਨੂੰ। ਤਾਂ ਉਸ ਨੂੰ ਕੁਛ ਨਾ ਕੁਛ ਤੁਹਾਨੂੰ ਟਫ ਚੀਜ਼ਾਂ ਦੇਣੀਆਂ ਪੈਣਗੀਆਂ, ਉਸ ਨੂੰ ਕੁਛ ਨਾ ਕੁਛ ਟਾਰਗੇਟ ਕਰਨਾ ਪਏਗਾ ਤਾਂ ਕਿ ਉਸ ਨੂੰ ਇੰਟਰਸਟ ਕਲਾਸ ਦੇ ਅੰਦਰ ਬਣਿਆ ਰਹੇ। ਉਸ ਦੇ ਅੰਦਰ ਜੋ ਸਿੱਖਣ ਦਾ ਐਨਰਜੀ ਲੈਵਲ ਹੈ, ਉਸ ਦੀ ਐਨਰਜੀ ਨੂੰ ਖਪਾਉਣ ਲਈ ਸਾਨੂੰ ਉਸ ਤਰ੍ਹਾਂ ਦੇ ਟਾਸਕ ਉਸ ਨੂੰ ਦੇਣੇ ਪੈਣਗੇ। ਤਾਂ ਇੱਥੇ ਵੀ ਦੇਖੋ ਗੱਲ ਕਿਸ ਚੀਜ਼ ਦੀ ਆ ਗਈ, ਬੱਚੇ ਦੀ ਪੋਜ਼ੀਟਿਵਿਟੀ ਬਾਰੇ। ਅਸੀਂ ਬੱਚੇ ਦੀ ਫੇਵਰ ਲੈ ਰਹੇ ਹਾਂ, ਠੀਕ ਹੈ। ਜੋ ਪ੍ਰਤਿਭਾਸ਼ਾਲੀ ਜ਼ਿਆਦਾ ਤਾਂ ਇਹ ਨਹੀਂ, ਬਾਕੀ ਬੱਚਿਆਂ ਨੂੰ ਅਸੀਂ ਸਲੋਅ ਕਰਾ ਰਹੇ ਹਾਂ ਤਾਂ ਉਸ ਨੂੰ ਵੀ ਸਲੋਅ ਕਰਾਵਾਂਗੇ ਨਹੀਂ, ਉਸ ਨੂੰ ਸਾਨੂੰ ਸਪੈਸ਼ਲੀ ਅਟੈਂਸ਼ਨ ਦੇਣੀ ਪਏਗੀ, ਵਿਅਕਤੀਗਤ ਹੈ ਨਾ, ਪਰਸਨਲੀ ਅਟੈਂਸ਼ਨ ਸਾਨੂੰ ਦੇਣੀ ਪਏਗੀ। ਜੇਕਰ ਉਹ ਬੱਚਾ ਜ਼ਿਆਦਾ ਸਿੱਖ ਸਕਦਾ ਤਾਂ ਉਸ ਨੂੰ ਹੋਰ ਟਫ ਟਾਸਕ ਦਈਏ, ਉਸ ਦੇ ਬਾਰੇ ਸੋਚੀਏ, ਉਸ ਨੂੰ ਹੋਰ ਸਿਖਾਉਣ ਦੀ ਕੋਸ਼ਿਸ਼ ਸਾਨੂੰ ਕਰਨੀ ਪਏਗੀ। ਫਿਰ ਅਸੀਂ ਬੱਚੇ ਨੂੰ ਸੈਂਟਰ ਪੁਆਇੰਟ ਲਿਆ, ਉਸ ਦੀ ਕੁਆਲਿਟੀ ਦੇ ਲਈ ਫੇਵਰ ਲਈ ਅਤੇ ਉਸ ਦੇ ਪੱਖ 'ਚ ਅਸੀਂ ਆਪਦਾ ਜਿਹੜਾ ਉੱਤਰ ਦਿੱਤਾ। ਨੈਕਸਟ ਹੈ, ਇੱਕ ਅਧਿਆਪਕ ਆਪਣੀ ਪ੍ਰਾਇਮਰੀ ਕਲਾਸਰੂਮ ਵਿੱਚ ਪ੍ਰਭਾਵੀ ਸਿੱਖਿਆ ਨੂੰ ਵਧਾ ਸਕਦਾ ਹੈ। ਕਿਸ ਤਰ੍ਹਾਂ ਉਹ ਆਪਣੀ ਜਿਹੜੀ ਐਜੂਕੇਸ਼ਨ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਕਿਵੇਂ ਵਧੀਆ ਕਰ ਸਕਦਾ ਹੈ। ਤਾਂ ਡੀ ਆਪਸ਼ਨ ਹੈ, ਸਮੱਗਰੀ ਨੂੰ ਵਿਦਿਆਰਥੀ ਦੇ ਜੀਵਨ ਨਾਲ ਜੋੜਨਾ। ਜੋ ਵੀ ਮਟੀਰੀਅਲ ਦੇ ਨਾਲ ਆਪਾਂ ਯੂਜ਼ ਕਰਦੇ ਹਾਂ, ਬੱਚਿਆਂ ਨੂੰ ਆਪਾਂ ਦਿੰਦੇ ਹਾਂ ਸਿਖਾਉਣ ਲਈ, ਤਾਂ ਉਹਨਾਂ ਦੇ ਜੀਵਨ ਨਾਲ ਜੋੜਿਆ ਜਾਵੇ ਉਸ ਮਟੀਰੀਅਲ ਨੂੰ। ਤਾਂ ਕਰਕੇ ਉਹਦੇ ਅੰਦਰ ਬੱਚੇ ਜਿਹੜੇ ਜ਼ਿਆਦਾ ਇੰਟਰਸਟ ਲੈਣਗੇ, ਉਸ ਦੇ ਨਾਲ ਉਸਨੂੰ ਉਹਦਾ ਪ੍ਰਭਾਵ ਵੀ ਵਧੇਗਾ, ਬੱਚੇ ਉਸ ਨਾਲ ਜੁੜਨਗੇ ਵੀ। ਤਾਂ ਨੈਕਸਟ ਹੈ, ਬੱਚਿਆਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਸਹੀ ਹੈ। ਤਾਂ ਬਿਆਨ ਜਿਹੜਾ ਸਹੀ ਹੈ, ਇਸਦਾ ਸਹੀ ਉੱਤਰ ਕੀ ਹੈ, ਬੀ। ਤਾਂ ਬੀ ਦੇ ਅੰਦਰ ਕੀ ਹੈ, ਬੱਚੇ ਸਮੱਸਿਆ ਹੱਲ ਕਰਨ ਵਾਲੇ ਹੁੰਦੇ ਹਨ। ਕਿ ਦੇਖੋ ਬੱਚਾ ਜਿਹੜਾ ਹੈ ਕਿ ਬੱਚੇ ਦੇ ਅੰਦਰ ਇੰਨਾ ਕੁ ਟੈਲੈਂਟ ਭਰਿਆ ਹੋਇਆ ਹੈ ਜਿਸ ਨੂੰ ਅਸੀਂ ਜੱਜ ਹੀ ਨਹੀਂ ਕਰ ਸਕਦੇ। ਤਾਂ ਆਪਣੇ ਕੋਲ 4 ਵਾਕ ਸੀ ਕਿ ਬੱਚੇ ਗਿਆਨ ਦੇ ਯੋਗ ਪ੍ਰਾਪਤ ਕਰਤਾ ਹੁੰਦੇ ਹਨ, ਬੱਚੇ ਸਮੱਸਿਆ ਹੱਲ ਕਰਨ ਵਾਲੇ ਹੁੰਦੇ ਹਨ, ਬੱਚੇ ਵਿਗਿਆਨਿਕ ਖੋਜੀ ਹੁੰਦੇ ਹਨ, ਬੱਚੇ ਵਾਤਾਵਰਨ ਦੇ ਸਰਗਰਮ ਖੋਜੀ ਹੁੰਦੇ ਹਨ। ਤਾਂ ਸਹੀ ਉੱਤਰ ਆਪਣਾ ਬੀ ਹੈ। ਬੀ ਦੇ ਅੰਦਰ 3 ਆਪਸ਼ਨਾਂ ਨੇ, ਬੀ, ਸੀ ਅਤੇ ਡੀ। ਤਾਂ ਜਿਹੜੇ 3 ਵਾਕ ਹੈ, ਦੇਖੋ ਪਹਿਲੇ ਨੂੰ ਛੱਡ ਕੇ ਤਿੰਨੋਂ ਵਾਕ ਪੋਜ਼ੀਟਿਵ ਨੇ। ਬੱਚੇ ਸਮੱਸਿਆ ਹੱਲ ਕਰਨ ਵਾਲੇ ਹੁੰਦੇ ਹਨ, ਬੱਚੇ ਵਿਗਿਆਨਿਕ ਖੋਜੀ ਹਨ, ਬੱਚੇ ਵਾਤਾਵਰਨ ਦੇ ਸਰਗਰਮ ਖੋਜੀ ਹਨ। ਅਤੇ ਪਹਿਲਾ ਜਿਹੜਾ ਕੁਐਸਚਨ ਹੈ, ਪਹਿਲਾ ਆਪਸ਼ਨ ਹੈ ਕਿਹੜਾ ਨੈਗੇਟਿਵ ਹੈ, ਬੱਚੇ ਗਿਆਨ ਦੇ ਅਯੋਗ ਪ੍ਰਾਪਤ ਕਰਤਾ ਹੁੰਦੇ ਹਨ। ਤਾਂ ਅਸੀਂ ਕਿਹਦੀ ਫੇਵਰ ਲਵਾਂਗੇ, ਬਾਕੀ ਤਿੰਨਾਂ ਦੀ, ਬੀ, ਸੀ ਅਤੇ ਡੀ, ਕਿਉਂਕਿ ਤਿੰਨੋਂ ਹੀ ਪੋਜ਼ੀਟਿਵ ਨੇ। ਮੈਂ ਪਹਿਲੇ ਹੀ ਦੱਸ ਕੇ ਹਟਿਆ ਕਿ ਆਪਾਂ ਸਾਈਕੋਲੋਜੀ ਦੇ ਅੰਦਰ ਜਦੋਂ ਵੀ ਪ੍ਰਸ਼ਨ ਦਾ ਉੱਤਰ ਦੇਵਾਂਗੇ ਆਪਾਂ ਕੀ ਰਵਾਂਗੇ, ਪੋਜ਼ੀਟਿਵ। ਅਸੀਂ ਕਿਹਦੀ ਫੇਵਰ ਲਵਾਂਗੇ, ਬੱਚੇ ਦੀ। ਆਪਾਂ ਬੱਚੇ ਨੂੰ ਫੋਕਸ ਰੱਖਾਂਗੇ, ਬੱਚੇ ਦੀ ਫੇਵਰ ਕਰਾਂਗੇ, ਬੱਚੇ ਨੂੰ ਹਰ ਜਗ੍ਹਾ 'ਤੇ ਬੈਨੀਫਿਟ ਦੇਵਾਂਗੇ, ਠੀਕ ਹੈ ਜੀ। ਬੱਚਾ ਸਮੱਸਿਆ ਹੱਲ ਕਰਨ ਵਾਲਾ ਹੁੰਦਾ ਹੈ, ਬੱਚਾ ਵਿਗਿਆਨਿਕ ਖੋਜੀ ਵੀ ਹੁੰਦਾ ਹੈ, ਬੱਚਾ ਵਾਤਾਵਰਨ ਦੇ ਸਰਗਰਮ ਖੋਜੀ ਵੀ ਹੁੰਦਾ ਹੈ। ਇੱਥੇ ਤੁਸੀਂ ਐਸ ਬੈਸਟ ਨਹੀਂ ਪੈਣਾ ਹੁੰਦਾ ਜਾਂ ਨਹੀਂ ਹੁੰਦਾ, ਅਸੀਂ ਸਾਈਕੋਲੋਜੀ ਦੇ ਅਕੋਰਡਿੰਗਲੀ ਗੱਲ ਕਰ ਰਹੇ ਹਾਂ ਤਾਂ ਅਸੀਂ ਪੋਜ਼ੀਟਿਵ ਹੋ ਕੇ ਹੀ ਗੱਲ ਕਰਾਂਗੇ। ਤਾਂ ਹਾਂਜੀ, ਨੈਕਸਟ ਕੁਐਸਚਨ ਹੈ ਆਪਣਾ, ਪ੍ਰਾਇਮਰੀ ਸਕੂਲ ਦੇ ਬੱਚੇ ਕਿਸ ਮਾਹੌਲ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣਗੇ। ਤਾਂ ਇਸ ਦਾ ਸਹੀ ਉੱਤਰ ਕੀ ਹੈ, ਇਹ ਆਪਸ਼ਨ, ਜਿੱਥੇ ਉਹਨਾਂ ਦੀਆਂ ਭਾਵਨਾਤਮਕ ਲੋੜਾਂ ਪੂਰੀਆਂ ਹੁੰਦੀਆਂ ਹਨ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ ਕਦਰ ਕੀਤੀ ਜਾਂਦੀ ਹੈ। ਦੇਖੋ ਇਹ ਪੋਜ਼ੀਟਿਵ ਹੈ, ਬਾਕੀ ਤਿੰਨੋਂ ਤੁਸੀਂ ਜਿਹੜੇ ਪੁਆਇੰਟ ਪੜ੍ਹੋਗੇ ਉਹਨਾਂ 'ਚ ਕਿਧਰੇ ਨਾ ਕਿਧਰੇ ਨੈਗੇਟਿਵਿਟੀ ਝਲਕਦੀ ਹੈ। ਜਿੱਥੇ ਅਧਿਆਪਕ ਅਧਿਕਾਰਤ ਹੁੰਦਾ ਹੈ, ਨੈਗੇਟਿਵਿਟੀ ਆ ਗਈ ਕਿ ਸਾਰਾ ਕੰਟਰੋਲ ਟੀਚਰ ਕੋਲ ਹੈ। ਜਿੱਥੇ ਧਿਆਨ ਅਤੇ ਤਣਾਅ ਸਿਰਫ ਪੜ੍ਹਨ ਲਿਖਣ ਦੇ ਗਣਿਤ ਅਤੇ ਮੁੱਖ ਤੌਰ 'ਤੇ ਬੁੱਧਾਤਮਕ ਹੁਨਰਾਂ ਵਿੱਚ ਮੁਹਾਰਤ ਹਾਸਲ ਕਰਨ 'ਤੇ ਹੈ, ਇਹ ਵੀ ਨੈਗੇਟਿਵਿਟੀ ਆ ਗਈ, ਤਣਾਅ ਦੀ ਗੱਲ ਆ ਗਈ। ਜਿੱਥੇ ਅਧਿਆਪਕ ਸਾਰੀ ਸਿਖਲਾਈ ਦੀ ਅਗਵਾਈ ਕਰਦਾ ਹੈ ਅਤੇ ਵਿਦਿਆਰਥੀ ਦੀ ਸਰਗਰਮ ਭੂਮਿਕਾ ਨਿਭਾਉਣ ਦੀ ਉਮੀਦ ਕਰਦਾ ਹੈ, ਮਤਲਬ ਸਾਰੀ ਜਿਹੜੀ ਗਾਈਡੈਂਸ ਹੈ ਟੀਚਰ ਹੀ ਕਰਦਾ, ਬੱਚੇ ਨੂੰ ਕੋਈ ਰੋਲ ਨਹੀਂ ਦਿੱਤਾ ਜਾਂਦਾ। ਤਾਂ ਤਿੰਨਾਂ ਦੇ ਅੰਦਰ ਜਿਹੜਾ ਹੈ ਕਿ ਬੱਚਾ ਫੋਕਸ 'ਚ ਨਹੀਂ ਆ ਰਿਹਾ। ਜਿਹੜਾ ਇਹ ਆਪਸ਼ਨ ਹੈ ਉਸ ਦੇ ਅੰਦਰ ਬੱਚਾ ਫੋਕਸ 'ਚ ਆ ਰਿਹਾ, ਬੱਚਾ ਸੈਂਟਰ ਪੁਆਇੰਟ ਬਣ ਰਿਹਾ ਕਿ ਬੱਚੇ ਦੇ ਅੰਦਰ ਜਿਹੜੇ ਇਮੋਸ਼ਨਸ ਨੇ ਉਹਨਾਂ ਦੇ ਨਾਲ ਜੁੜਨ ਦੀ ਲੋੜ ਹੈ।
ਬੱਚੇ ਨੂੰ ਜਿੱਥੇ ਲੱਗਦਾ ਕਿ ਮੇਰੀ ਇੱਥੇ ਰਿਸਪੈਕਟ ਹੋ ਰਹੀ ਹੈ, ਟੀਚਰ ਮੈਨੂੰ ਕੁਛ ਸਮਝਦਾ, ਟੀਚਰ ਦੇ ਨਜ਼ਰ ਵਿੱਚ ਮੇਰੀ ਵੈਲਿਊ ਹੈ। ਜੇ ਤੁਹਾਡੇ ਕੋਲ ਕਲਾਸ 'ਚ 40 ਬੱਚੇ ਬੈਠੇ ਹੈ, 40 ਦੇ 40 ਬੱਚਿਆਂ ਦੇ ਅੰਦਰ ਮਨ ਦੇ ਅੰਦਰ ਕੁਝ ਨਾ ਕੁਝ ਟੀਚਰ ਦੇ ਪ੍ਰਤੀ ਚੱਲ ਰਿਹਾ ਹੁੰਦਾ, ਉਹ ਟੀਚਰ ਦੇ ਇੱਕ ਇਮੇਜ ਬਣਾਈ ਹੁੰਦੀ ਹੈ। ਬੱਚੇ ਦੇ ਅੰਦਰ ਸਭ ਤੋਂ ਪਹਿਲਾ ਰੋਲ ਮਾਡਲ ਕੌਣ ਬਣਦਾ? ਉਸਦੀ ਟੀਚਰ। ਜਦੋਂ ਉਹ ਘਰੇ ਜਾਂਦਾ ਹੈ, ਆਪਣੇ ਹਾਣ ਦੇ ਬੱਚਿਆਂ ਨਾਲ ਖੇਡਦਾ, ਤਾਂ ਤੁਸੀਂ ਇਹ ਨੋਟਿਸ ਕੀਤਾ ਹੋਏਗਾ, ਉਹ ਟੀਚਰ ਬਣ ਕੇ ਹੀ ਖੇਡਦਾ। ਠੀਕ ਹੈ। ਸਪੈਸ਼ਲੀ ਜੇ ਮੈਂ ਲੜਕੀਆਂ ਦੀ ਗੱਲ ਕਰਾਂ ਤਾਂ ਉਹ ਸਪੈਸ਼ਲੀ ਕੀ ਬਣਨਗੀਆਂ, ਸਭ ਤੋਂ ਵੱਧ ਜਿਹੜੀ ਐਕਟਿੰਗ ਘਰ ਆ ਕੇ ਹੁੰਦੀ ਹੈ ਜਾਂ ਆਪਣੇ ਹਾਣੀਆਂ ਮਿੱਤਰਾਂ ਦੇ ਨਾਲ ਖੇਡਣ ਦੀ ਗੱਲ ਆਉਂਦੀ ਹੈ, ਤਾਂ ਉਹ ਟੀਚਰ ਦਾ ਜਿਹੜਾ ਰੋਲ ਹੈ ਉਹ ਬੱਚਾ ਨਿਭਾਉਂਦਾ, ਕਿਉਂਕਿ ਉਹ ਭਾਵਨਾਤਮਕ ਤੌਰ 'ਤੇ ਆਪਣੇ ਟੀਚਰ ਨਾਲ ਜੁੜਿਆ। ਉਸ ਨੂੰ ਉਹ ਟੀਚਰ ਵਧੀਆ ਲੱਗਦੀ ਹੈ, ਜਦੋਂ ਕਿ ਉਹ ਉਸ ਨੂੰ ਮਤਲਬ ਝਿੜਕਦੀ ਵੀ ਹੈ, ਉਸ ਨੂੰ ਪਿਆਰ ਵੀ ਕਰਦੀ ਹੈ, ਉਸ ਦੇ ਨਾਲ ਚਾਹੇ ਉਹ ਕਿਸ ਤਰ੍ਹਾਂ ਦਾ ਵੀ ਵਿਹਾਰ ਕਰੇ ਕਲਾਸ ਦੇ ਅੰਦਰ, ਪਰ ਉਹ ਭਾਵਨਾਤਮਕ ਤੌਰ 'ਤੇ ਜੇਕਰ ਉਹ ਟੀਚਰ ਜੁੜੀ ਹੈ ਤਾਂ ਉਹ ਬੱਚੇ ਲਈ ਸਭ ਤੋਂ ਵੱਡਾ ਹੀਰੋ ਕੌਣ ਹੈ? ਉਸਦਾ ਟੀਚਰ। ਤਾਂ ਇਸ ਲਈ ਮਾਹੌਲ ਕਿੱਥੇ ਪ੍ਰਭਾਵਸ਼ਾਲੀ ਬਣੇਗਾ? ਜਿੱਥੇ ਟੀਚਰ ਬੱਚਿਆਂ ਨਾਲ ਇਮੋਸ਼ਨਲੀ ਜੁੜੇਗਾ, ਬੱਚਿਆਂ ਦੀ ਕੋਈ ਵੈਲਿਊ ਉੱਥੇ ਰਿਸਪੈਕਟ ਹੋਏਗੀ, ਤਾਂ ਬੱਚੇ ਹੱਸਦੇ ਖੇਡਦੇ ਸਕੂਲ ਜਾਣਗੇ, ਹੱਸਦੇ ਖੇਡਦੇ ਸਿੱਖਣਗੇ। ਨੈਕਸਟ ਪ੍ਰਸ਼ਨ ਹੈ, ਇੱਕ ਬੱਚਾ ਖਿੜਕੀ ਦੇ ਪਾਰ ਇੱਕ ਕਾਂ ਨੂੰ ਉੜਦਾ ਵੇਖਦਾ ਹੈ ਅਤੇ ਕਹਿੰਦਾ ਹੈ ਇੱਕ ਪੰਛੀ, ਇਹ ਬੱਚੇ ਦੀ ਸੋਚ ਬਾਰੇ ਕੀ ਸੁਝਾਉਂਦਾ ਹੈ? ਤਾਂ ਬੱਚਾ ਅਗਰ ਇਹ ਕਰਦਾ ਹੈ ਕਿ ਇੱਕ ਪੰਛੀ, ਤਾਂ ਇਟ ਮੀਨਸ ਬੱਚੇ ਨੂੰ ਕੀ ਕੀ ਜਾਣਕਾਰੀ ਹੈ? ਸਹੀ ਉੱਤਰ ਇਹਦਾ ਸੀ ਹੈ। ਸੀ ਦੇ ਅੰਦਰ ਦੇਖੋ ਕੀ ਗੱਲ ਹੈ ਕਿ ਤਿੰਨ ਵਾਕ ਸਹੀ ਹਨ, ਏ, ਬੀ ਅਤੇ ਸੀ। ਬੱਚੇ ਨੇ ਪਹਿਲਾਂ ਯਾਦ ਨੂੰ ਸੰਭਾਲਿਆ ਹੋਇਆ ਹੈ, ਬੱਚੇ ਨੇ ਪੰਛੀ ਦੀ ਧਾਰਨਾ ਵਿਕਸਿਤ ਕੀਤੀ ਹੈ, ਬੱਚੇ ਨੇ ਆਪਣੇ ਅਨੁਭਵ ਨੂੰ ਸੰਚਾਰਿਤ ਕਰਨ ਲਈ ਭਾਸ਼ਾ ਦੇ ਕੁਝ ਸਾਧਨ ਵਿਕਸਿਤ ਕੀਤੇ ਹਨ। ਤਾਂ ਜੇਕਰ ਬੱਚਾ ਇੰਨੀ ਕੁ ਗੱਲ ਹੀ ਕਹਿੰਦਾ, ਇੱਕ ਕਿਸੇ ਕਾਂ ਨੂੰ ਦੇਖ ਕੇ ਬੋਲਦਾ ਕਿ ਇੱਕ ਪੰਛੀ, ਤਾਂ ਉੱਥੋਂ ਸਾਨੂੰ ਕੀ ਜੱਜ ਹੋ ਜਾਂਦਾ ਕਿ ਬੱਚੇ ਨੇ ਕਾਂ ਦੇਖਿਆ ਹੋਇਆ ਪਹਿਲੇ, ਮਤਲਬ ਇਹ ਉਹਨੂੰ ਪਤਾ ਹੈ ਵੀ ਇਹ ਬਰਡ ਹੈ, ਉਸਨੇ ਪਹਿਲੇ ਵੀ ਕਿਧਰੇ ਦੇਖਿਆ ਹੋਇਆ, ਉਸ ਦੀ ਯਾਦ ਦੇ ਅੰਦਰ ਹੈ ਕੋਈ ਨਾ ਕੋਈ ਗੱਲ, ਤਾਂ ਉਸ ਨੂੰ ਪਤਾ ਹੈ ਕਿ ਉੱਡਣ ਵਾਲੀ ਚੀਜ਼ ਪੰਛੀ ਹੁੰਦੀ ਹੈ। ਬੀ ਦੇ ਅੰਦਰ ਇਹ ਗੱਲ ਆ ਜਾਂਦੀ ਹੈ। ਤੀਸਰੀ ਗੱਲ ਇਹ ਆ ਜਾਂਦੀ ਹੈ ਕਿ ਜੋ ਉਸਨੇ ਦੇਖਿਆ, ਜੋ ਐਕਸਪੀਰੀਅੰਸ ਕੀਤਾ, ਉਸ ਐਕਸਪੀਰੀਅੰਸ ਨੂੰ ਦੱਸਣ ਦੀ ਕੁਆਲਿਟੀ ਉਸ ਦੇ ਅੰਦਰ ਡਿਵੈਲਪ ਹੋ ਚੁੱਕੀ ਹੈ। ਉਹ ਆਪਣੀ ਗੱਲ ਨੂੰ ਸਾਂਝੀ ਕਰ ਸਕਦਾ ਹੈ, ਜੋ ਇਹ ਮਹਿਸੂਸ ਕਰਦਾ ਹੈ, ਜੋ ਉਹ ਦੇਖਦਾ ਹੈ, ਉਸ ਨੂੰ ਆਪਣੇ ਸ਼ਬਦਾਂ ਰਾਹੀਂ ਦੂਜਿਆਂ ਨੂੰ ਦੱਸ ਸਕਦਾ। ਤਾਂ ਬੱਚੇ ਨੂੰ ਆਪਾਂ ਕੇਂਦਰ ਬਿੰਦੂ ਮੰਨ ਰਹੇ ਹਾਂ, ਬੱਚੇ ਦਾ ਨਿਸ਼ਕਰਸ਼ ਕੱਢ ਰਹੇ ਹਾਂ ਕਿ ਬੱਚੇ ਨੂੰ ਅਸੀਂ ਹਰ ਮੂਮੈਂਟ 'ਤੇ ਜੱਜ ਕਰਦੇ ਹਾਂ ਕਿ ਬੱਚਾ ਜੋ ਵੀ ਐਕਟ ਕਰੇ, ਚਾਹੇ ਉਹ ਸਿੰਪਲ ਗੱਲ ਹੀ ਕਰ ਰਿਹਾ, ਤਾਂ ਉੱਥੋਂ ਵੀ ਅਸੀਂ ਕੁਝ ਨਾ ਕੁਝ ਉਹਦੀ ਜੱਜਮੈਂਟ ਕਰ ਸਕਦੇ ਹਾਂ ਕਿ ਬੱਚੇ ਦੇ ਅੰਦਰ ਕੀ ਕੁਆਲਿਟੀ ਹੈ, ਬੱਚਾ ਕੀ ਸਿੱਖ ਰਿਹਾ ਹੈ, ਕੀ ਸਿੱਖ ਚੁੱਕਿਆ ਹੈ, ਅਤੇ ਇਸ ਨੂੰ ਸਿਖਾਉਣ ਦੀ ਕੀ ਲੋੜ ਹੈ। ਨੈਕਸਟ ਪ੍ਰਸ਼ਨ ਹੈ, ਇੱਕ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਨੂੰ ਅੰਦਰੂਨੀ ਪ੍ਰੇਰਨਾ ਨਾਲ ਕਾਰਜ ਕਰਨ ਲਈ ਉਤਸ਼ਾਹਿਤ ਕਰਨ ਲਈ ਕੀ ਕਹਿਣਾ ਚਾਹੀਦਾ ਹੈ? ਦੇਖੋ ਜੀ, ਇੱਕ ਟੀਚਰ ਕਿਸ ਤਰ੍ਹਾਂ ਬੱਚੇ ਨੂੰ ਆਪਣੇ ਗਾਈਡ ਕਰੇਗਾ? ਤਾਂ ਸਹੀ ਉੱਤਰ ਇਹਦਾ ਹੈ ਡੀ, ਇਸ ਨੂੰ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਸਿੱਖੋਗੇ। ਦੇਖੋ ਇਹ ਵੀ ਚਾਰੋਂ ਆਪਸ਼ਨ ਪੜ੍ਹੋ, ਜੋ ਮੈਂ ਤੁਹਾਨੂੰ ਬੇਸਿਕ ਫਾਰਮੂਲਾ ਦੇ ਰਿਹਾ ਇਸ ਪੇਪਰ ਦਾ ਕਿ ਪੋਜ਼ਿਟਿਵ ਸੋਚਣਾ ਹੈ, ਪੋਜ਼ਿਟਿਵ ਰਹਿਣਾ ਹੈ, ਬੱਚੇ ਨੂੰ ਕੇਂਦਰ ਬਿੰਦੂ ਮੰਨਣਾ ਹੈ, ਬੱਚੇ ਦੀ ਆਲੋਚਨਾ ਨਹੀਂ ਕਰਨੀ ਹੈ, ਬੱਚੇ ਦਾ ਲਾਭ ਹੀ ਸੋਚਣਾ ਹੈ। ਤਾਂ ਪਹਿਲੇ ਇਹ ਆਪਸ਼ਨ 'ਚ ਕੀ ਹੈ? ਚਲੋ ਉਸ ਦੇ ਕਰਨ ਤੋਂ ਪਹਿਲਾਂ ਇਸ ਨੂੰ ਖ਼ਤਮ ਕਰੋ। ਨੈਗੇਟਿਵਿਟੀ ਝਲਕਦੀ ਹੈ, ਤੁਸੀਂ ਉਸ ਵਰਗੇ ਕਿਉਂ ਨਹੀਂ ਹੋ ਸਕਦੇ? ਵੇਖੋ ਉਸਨੇ ਬਿਲਕੁਲ ਸਹੀ ਕੀਤਾ ਹੈ, ਦੇਖੋ ਨਹੀਂ ਸ਼ਬਦ ਆ ਗਿਆ, ਬਹੁਤ ਵੱਡੀ ਨੈਗੇਟਿਵਿਟੀ ਆ ਗਈ। ਕੰਮ ਨੂੰ ਤੇਜ਼ੀ ਨਾਲ ਪੂਰਾ ਕਰੋ ਅਤੇ ਇੱਕ ਟੋਫੀ ਲਵੋ। ਬੱਚੇ ਨੂੰ ਲਾਲਚ ਦੇ ਰਹੇ ਹੋ, ਤੁਸੀਂ ਕੰਮ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸਹੀ ਢੰਗ ਨਹੀਂ ਵਰਤ ਰਹੇ। ਠੀਕ ਹੈ ਜੀ, ਠੀਕ ਹੈ। ਟੋਫੀ ਵਾਲਾ ਤੁਸੀਂ ਕਹੋਗੇ ਇੰਸਪਾਇਰਿੰਗ ਹੈ, ਬੱਚੇ ਦੇ ਅੰਦਰ ਲਾਲਚ ਪੈਦਾ ਕਰਨਾ ਪੈਂਦਾ, ਪਰ ਕੰਮ ਨੂੰ ਤੇਜ਼ੀ ਨਾਲ ਪੂਰਾ ਕਰੋ, ਇਸ ਤਰ੍ਹਾਂ ਦਾ ਜਿਹੜਾ ਵਾਕ ਹੈ ਬੱਚਿਆਂ ਦੇ ਮਨੋਵਿਗਿਆਨ ਦੇ ਅਨੁਸਾਰ ਗਲਤ ਹੈ। ਕੀ ਹੈ ਸਹੀ? ਕਿ ਇਸ ਨੂੰ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਸਿੱਖੋਗੇ। ਬੱਚੇ ਨੂੰ ਅਸੀਂ ਮੋਟੀਵੇਟ ਕਰਨਾ, ਬੱਚੇ ਨੂੰ ਅਸੀਂ ਪਿਆਰ ਨਾਲ ਗਾਈਡ ਕਰਨਾ, ਬੱਚੇ ਦੇ ਅੰਦਰ ਨੈਗੇਟਿਵਿਟੀ ਬਿਲਕੁਲ ਨਾ ਆਵੇ, ਤਾਂ ਇਸ ਦਾ ਆਪਸ਼ਨ ਏ ਡੀ ਸਹੀ ਹੈ। ਤਾਂ ਉਹੀ ਸਾਰੇ ਜਿਹੜੇ ਪੁਆਇੰਟ ਤੁਹਾਡੇ ਨਾਲ ਮੈਂ ਡਿਸਕਸ ਕੀਤੇ ਹੈ ਕਿ ਬੱਚੇ ਦੀ ਸਾਈਕੋਲੋਜੀ ਨੂੰ ਮੇਨ ਫੋਕਸ ਕਰੋ, ਬੱਚੇ ਨੂੰ ਸੈਂਟਰ ਪੁਆਇੰਟ ਮੰਨੋ, ਬੱਚੇ ਦਾ ਬਿਹੇਵੀਅਰ ਫਸਟ ਰੱਖੋ, ਉਸ ਨੂੰ ਕਦੇ ਵੀ ਉਸਦੀ ਆਲੋਚਨਾ ਨਾ ਕਰੋ। ਨੈਕਸਟ ਹੈ, ਵਿਦਿਆਰਥੀਆਂ ਵਿੱਚ ਸੰਕਲਪਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹੇਠ ਲਿਖੇ ਵਿੱਚੋਂ ਕਿਹੜਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ? ਨਵੇਂ ਸੰਕਲਪਾਂ ਨੂੰ ਪੁਰਾਣੇ ਸੰਦਰਭਾਂ ਦੇ ਬਿਨਾਂ ਉਹਨਾਂ ਦੇ ਆਪਣੇ ਆਪ ਸਮਝਣ ਦੀ ਜ਼ਰੂਰਤ ਹੈ। ਵਿਦਿਆਰਥੀਆਂ ਦੇ ਗਲਤ ਵਿਚਾਰਾਂ ਨੂੰ ਸਹੀ ਵਿਚਾਰਾਂ ਨਾਲ ਯਾਦ ਕਰਨ ਲਈ ਕਹਿ ਕੇ ਬਦਲੋ। ਵਿਦਿਆਰਥੀਆਂ ਨੂੰ ਕਈ ਉਦਾਹਰਨਾਂ ਦਿਓ ਅਤੇ ਉਹਨਾਂ ਦੀ ਤਰਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੋ। ਸਜ਼ਾ ਦੀ ਵਰਤੋਂ ਉਦੋਂ ਤੱਕ ਕਰੋ ਜਦੋਂ ਤੱਕ ਵਿਦਿਆਰਥੀਆਂ ਲੋੜੀਂਦੇ ਸੰਕਲਪ ਤਬਦੀਲੀਆਂ ਨਾ ਕਰ ਲੈਣ। ਤਾਂ ਪੋਜ਼ਿਟਿਵ ਕਿਹੜਾ ਹੈ ਜੀ? ਵਿਦਿਆਰਥੀਆਂ ਨੂੰ ਕਈ ਉਦਾਹਰਨਾਂ ਦਿਓ, ਸੀ ਆਪਸ਼ਨ।
ਉਦਾਹਰਨਾਂ ਦਿਓ ਅਤੇ ਉਹਨਾਂ ਨੂੰ ਤਰਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੋ। ਤਾਂ ਇੱਥੇ ਵੀ ਉਹੀ ਗੱਲ ਆ ਗਈ ਕਿ ਸਭ ਤੋਂ ਵੱਧ ਪ੍ਰਭਾਵਸ਼ਾਲੀ ਤਰੀਕਾ ਕਿਹੜਾ ਹੈ ਕਿ ਜਿਹੜਾ ਵਿਦਿਆਰਥੀਆਂ ਨੂੰ ਉਦਾਹਰਨਾਂ ਦਿਓ ਅਤੇ ਉਹਨਾਂ ਨੂੰ ਤਰਕ ਦੀ ਵਰਤੋਂ ਦੀ ਕਰਨ ਲਈ ਉਤਸ਼ਾਹਿਤ ਕਰੋ। ਤਾਂ ਸਾਰੇ ਕੁਐਸਚਨਸ ਦੇ ਬਾਰੇ ਆਪਾਂ ਇੱਥੇ ਗੱਲਬਾਤ ਕੀਤੀ ਹੈ। ਵੀਡੀਓ ਜ਼ਰੂਰ ਲੰਬੀ ਹੋਈ ਹੈ, ਪਰ ਇਸ ਦੇ ਅੰਦਰ ਪ੍ਰਸ਼ਨਾਂ ਦੇ ਨਾਲ ਨਾਲ ਸਬਜੈਕਟ ਦਾ ਜਿਹੜਾ ਮੇਨ ਫੰਡਾ ਹੈ ਉਹ ਵੀ ਬਹੁਤ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਵਾਰੀ ਉਹ ਗੱਲਾਂ ਰਿਪੀਟ ਕੀਤੀਆਂ ਗਈਆਂ ਮੇਰੇ ਵੱਲੋਂ। ਰਿਪੀਟ ਦਾ ਕਰਨ ਦਾ ਮਕਸਦ ਹੈ ਤੁਹਾਡੀ ਸਾਈਕੋਲੋਜੀ 'ਤੇ ਅਸਰ ਕਰਨਾ, ਤੁਹਾਡਾ ਮਨੋਵਿਗਿਆਨ ਸਮਝਦੇ ਹੋਏ ਮੇਰੇ ਵੱਲੋਂ ਉਹ ਗੱਲਾਂ ਰਿਪੀਟ ਕੀਤੀਆਂ ਗਈਆਂ ਕਿ ਤੁਹਾਡੇ ਦਿਮਾਗ ਦੇ ਅੰਦਰ ਬੈਠ ਜਾਵੇ ਕਿ ਅਸੀਂ ਜਦੋਂ ਬੱਚੇ ਦੇ ਮਨੋਵਿਗਿਆਨ ਬਾਰੇ ਗੱਲ ਕਰਨੀ ਹੈ ਤਾਂ ਅਸੀਂ ਪੋਜ਼ੀਟਿਵ ਸੋਚਣਾ, ਬੱਚੇ ਨੂੰ ਕੇਂਦਰ ਬਿੰਦੂ ਮੰਨਣਾ ਹੈ, ਬੱਚੇ ਦੇ ਖਿਲਾਫ ਨਹੀਂ ਜਾਣਾ, ਬੱਚੇ ਦੀ ਆਲੋਚਨਾ ਨਹੀਂ ਕਰਨੀ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਜੇਕਰ ਇਸ ਸਬਜੈਕਟ ਦੇ ਕੋਈ ਵੀ ਪ੍ਰਸ਼ਨ ਤੁਹਾਡੇ ਸਾਹਮਣੇ ਆਉਂਦਾ ਹੈ ਤਾਂ 90% ਮੈਨੂੰ ਹੋਪ ਹੈ ਤੁਸੀਂ ਉਸ ਦਾ ਜਿਹੜਾ ਸਹੀ ਉੱਤਰ ਦਿਓਗੇ, ਸਹੀ ਤੁਹਾਡਾ ਜਿਹੜਾ ਉਹ ਉੱਤਰ ਹੈ ਉਹ ਮੰਨਿਆ ਜਾਵੇਗਾ। ਤਾਂ ਇਸ ਵੀਡੀਓ ਦੇ ਅੰਦਰ ਕੋਸ਼ਿਸ਼ ਕੀਤੀ ਗਈ ਕਿ ਤੁਹਾਨੂੰ ਚਾਈਲਡ ਸਾਈਕੋਲੋਜੀ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਦਿੱਤੀ ਜਾਵੇ। ਪ੍ਰਸ਼ਨਾਂ ਦੇ ਐਗਜ਼ਾਮਪਲਸ ਵੀ ਤੁਹਾਡੇ ਸਾਹਮਣੇ ਹੋ ਗਈਆਂ, ਮੈਟਰ ਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਹੋ ਗਈ ਅਤੇ ਅੱਗੋਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਹਮਣੇ ਹੋਰ ਇਸ ਤਰ੍ਹਾਂ ਦੇ ਪ੍ਰਸ਼ਨ ਲੈ ਕੇ ਆਉਂਦੇ ਜਾਣ ਜਿਸ ਤਰ੍ਹਾਂ ਨਾਲ ਤੁਹਾਨੂੰ ਜਿਹੜੀ ਸਬਜੈਕਟ ਦੀ ਕਲੈਰਿਟੀ ਹੈ ਉਹ ਵੱਧ ਤੋਂ ਵੱਧ ਹੋ ਸਕੇ। ਤਾਂ ਇਹਨਾਂ ਪ੍ਰਸ਼ਨਾਂ ਦਾ ਜਿਹੜਾ ਸ਼ੇਅਰ ਹੈ ਵੈਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਅੱਗੇ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅਤੇ ਵੈਬਸਾਈਟ ਦੇ ਲਿੰਕ ਬਾਰੇ ਤੁਸੀਂ ਆਲਰੇਡੀ ਜਾਣਦੇ ਹੋ ਤਾਂ ਹੀ ਤੁਸੀਂ ਇਸ YouTube ਵੀਡੀਓ 'ਤੇ ਪਹੁੰਚੇ ਹੋ। ਅਗਰ ਲਿੰਕ ਦੀ ਲੋੜ ਹੈ ਤਾਂ ਡਿਸਕ੍ਰਿਪਸ਼ਨ 'ਚ ਕਲਿੱਕ ਕਰਕੇ ਤੁਸੀਂ ਵੈਬਸਾਈਟ 'ਤੇ ਇਹਨਾਂ ਨੋਟਸ ਨੂੰ ਪੜ੍ਹ ਵੀ ਸਕਦੇ ਹੋ। ਬਹੁਤ ਬਹੁਤ ਧੰਨਵਾਦ।